ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਅੱਜ ਦੇ ਨਿਰਭਉ ਨਿਰਵੈਰ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ। ਅਸੀਂ ਪੰਥ ਨੂੰ, ਸਮਾਜ ਨੂੰ ਔਰ ਹਰ ਕਿਸਮ ਦੀਆਂ ਚੁਣੌਤੀਆਂ ਔਰ ਉਹ ਸਾਰੇ ਮਸਲੇ ਜਿਹੜੇ ਸਾਨੂੰ ਦਰਪੇਸ਼ ਹੁੰਦੇ ਹਨ, ਉਹਨਾਂ ਦੀ ਵਿਸ਼ਲੇਸ਼ਣ ਦਾ ਇਹ ਪ੍ਰੋਗਰਾਮ ਹੈ। ਤੁਹਾਡੇ ਨਾਲ ਉਹ ਚਲੰਤ ਮਸਲੇ ਅਸੀਂ ਹਮੇਸ਼ਾ ਵਿਚਾਰਾਂ ਵਿੱਚ ਲਿਆਂਦੇ ਹਾਂ। ਦਰਅਸਲ ਅਸੀਂ ਸਾਰੇ ਇਤਿਹਾਸ ਦਾ ਇੱਕ ਪਾਤਰ ਹਾਂ। ਇਤਿਹਾਸ ਦੇ ਨਿੱਕੇ ਨਿੱਕੇ ਪਾਤਰ ਹਾਂ। ਇਤਿਹਾਸ ਬੜੀ ਤੇਜ਼ੀ ਦੇ ਨਾਲ ਵੱਧਦਾ ਜਾਂਦਾ ਹੈ। ਇਤਿਹਾਸ ਆਪਣੀ ਰਵਾਨਗੀ ਦੇ ਵਿੱਚ ਤੁਰਿਆ ਜਾਂਦਾ ਹੈ ਔਰ ਜੋ ਕੁਝ ਅੱਜ ਹੋ ਰਿਹਾ ਹੈ ਉਹ ਇਤਿਹਾਸ ਦਾ ਇੱਕ ਨਵਾਂ ਵਰਕਾ ਜੁੜਦਾ ਜਾ ਰਿਹਾ ਹੈ। ਅੱਜ ਜੇਕਰ ਅਸੀਂ 1920 ਦੀਆਂ, 1947 ਦੀਆਂ, 1984 ਦੀਆਂ ਜਾਂ ਉਸ ਤੋਂ ਬਾਅਦ ਦੀਆਂ ਗੱਲਾਂ ਕਰਦੇ ਹਾਂ ਤਾਂ ਸਾਨੂੰ ਇਹ ਮਹਿਸੂਸ ਹੁੰਦਾ ਹੈ ਕਿ ਉਸ ਵੇਲੇ ਵੀ ਸ਼ਾਇਦ ਇਸੇ ਤਰੀਕੇ ਦੇ ਨਾਲ ਲੋਕ ਕੁਝ ਅਵੇਸਲੇ ਰਹਿੰਦੇ ਹੋਣਗੇ ਜਾਂ ਇਸ ਤਰ੍ਹਾਂ ਦੀ ਵਿਚਾਰ ਡੂੰਘੀ ਨਾ ਕੀਤੀ ਹੋਏ। ਪਰ ਕਈ ਦਫਾ ਅਚਨਚੇਤ ਹੀ, ਸਹਿਜ ਸੁਭਾਅ ਹੀ ਕਈ ਐਸੀਆਂ ਘਟਨਾਵਾਂ ਹੁੰਦੀਆਂ ਹਨ ਜਿਹੜੀਆਂ ਕਿ ਸ਼ਾਇਦ ਬਾਈ ਡਿਜ਼ਾਈਨ ਤਾਂ ਨਹੀਂ ਪਰ ਸਹਿਜ ਸੁਭਾਅ ਹੋ ਜਾਣ ਤਾਂ ਉਹਨਾਂ ਦਾ ਅਸਰ ਆਉਣ ਵਾਲੇ ਸਮੇਂ ਦੇ ਉੱਤੇ ਵੀ ਪੈਂਦਾ ਹੈ। ਜ਼ਿਆਦਾ ਵਿਸਥਾਰ ਵਿੱਚ ਨਾ ਜਾਈਏ। ਅੱਜ ਅਸੀਂ ਇੱਕ ਬਹੁਤ ਹੀ ਖਾਸ ਜਾਣਕਾਰੀ ਔਰ ਇੱਕ ਖਾਸ ਵਿਸ਼ੇ ਦੇ ਉੱਤੇ ਤੁਹਾਡੇ ਨਾਲ ਗੱਲ ਕਰਾਂਗੇ। ਵੈਸੇ ਤਾਂ ਸੁਰਖੀਆਂ ਬਹੁਤ ਹੀ ਅਹਿਮ ਹਨ, ਛੋਟੀਆਂ ਛੋਟੀਆਂ ਘਟਨਾਵਾਂ ਬਹੁਤ ਹਨ ਜਿਨ੍ਹਾਂ ਦੇ ਉੱਤੇ ਅਸੀਂ ਤੁਹਾਡੇ ਨਾਲ ਕਿਸੇ ਪ੍ਰੋਗਰਾਮ ਦੇ ਵਿੱਚ ਵਿਸਥਾਰ ਸਹਿਤ ਵਿਚਾਰ ਕਰਨਾ ਚਾਹਾਂਗੇ, ਕਿਉਂਕਿ ਉਹ ਸਾਡੇ ਬੁਨਿਆਦੀ ਸਵਾਲ, ਬੁਨਿਆਦੀ ਮੁੱਦੇ ਅਤੇ ਬੁਨਿਆਦਾਂ ਦੇ ਉੱਤੇ ਉਸ ਦਾ ਅਸਰ ਪੈਂਦਾ। ਉਹਨਾਂ ਵਿੱਚੋਂ ਇੱਕ ਤਾਂ ਹੈ ਕਿ ਪੰਜਾਬ ਸਰਕਾਰ ਨੇ ਜੱਟ ਬਰਾਦਰੀ ਨੂੰ ਸਪੈਸ਼ਲ ਰਿਜ਼ਰਵੇਸ਼ਨ ਦੇ ਕੇ ਕਿ ਇਹ ਪਛੜੇ ਹੋਏ ਹਨ, ਇਹਨਾਂ ਦੀ ਰਿਜ਼ਰਵੇਸ਼ਨ ਦਾ ਕੋਟਾ ਮਨਜ਼ੂਰ ਕੀਤਾ। ਇਸ ਦੇ ਪਿੱਛੇ ਕੀ ਕਾਰਨ ਹੈ? ਇਸ ਦੇ ਪਿੱਛੇ ਕਿਹੜੀ ਭਾਵਨਾ ਕੰਮ ਕਰਦੀ ਹੈ? ਕੀ ਕੇਵਲ ਵੋਟਾਂ ਦੀ ਰਾਜਨੀਤੀ ਹੈ? ਇਸ ਦਾ ਸਾਨੂੰ ਧਾਰਮਿਕ, ਸਮਾਜਿਕ ਅਤੇ ਹੋਰ ਸਾਡੇ ਮੁੱਦੇ ਹਨ, ਉਹਨਾਂ ਦੇ ਉੱਤੇ ਕੀ ਅਸਰ ਪਏਗਾ? ਇਹ ਅਸੀਂ ਕਿਸੇ ਵੇਲੇ ਤੁਹਾਡੇ ਨਾਲ ਜ਼ਰੂਰ ਵਿਸਥਾਰ ਸਹਿਤ ਗੱਲ ਕਰਾਂਗੇ। ਔਰ ਇੱਕ ਚੀਜ਼ ਹੋਰ ਬੜੀ ਹੀ ਚਿੰਤਾਜਨਕ ਜਿਹੜੀ ਸਾਹਮਣੇ ਆਈ ਹੈ ਕਿ ਸਿੱਖਾਂ ਦੇ ਕਾਤਲ, ਬਹੁਤ ਸਿੱਧੇ ਪੱਧਰੇ ਲਫ਼ਜ਼ਾਂ ਵਿੱਚ ਕਹਿ ਲਿਆ ਜਾਏ, ਜਿਨ੍ਹਾਂ ਦੇ ਉੱਤੇ ਸਿੱਖਾਂ ਦੇ ਕਤਲ ਦੇ ਦੋਸ਼ ਹਨ, ਉਹਨਾਂ ਕਾਤਲਾਂ ਨੂੰ ਸ਼ਹਿ ਦੇਣ ਦੇ ਦੋਸ਼ ਹਨ, ਉਹਨਾਂ ਕਾਤਲਾਂ ਦੀ ਪੁਸ਼ਤ ਪਨਾਹੀ ਕਰਨ ਦੇ ਦੋਸ਼ ਹਨ। ਉਹਨਾਂ ਦੀ ਅਗਵਾਈ ਵਿੱਚ ਜਿਸ ਦਾ ਮੁੱਖ ਨਾਂ ਆਉਂਦਾ ਸੀ ਉਹ ਜਗਦੀਸ਼ ਟਾਈਟਲਰ ਸੀ। ਇੱਕ ਵਾਰ ਪਹਿਲਾਂ ਵੀ ਉਸ ਨੂੰ ਕਾਂਗਰਸ ਵੱਲੋਂ ਚੋਣਾਂ ਦੇ ਲਈ ਟਿਕਟ ਦਿੱਤੀ ਗਈ, ਪਰ ਆਮ ਜਨਤਾ ਦੇ ਰੋਹ ਨੂੰ ਵੇਖਦਿਆਂ ਹੋਇਆਂ ਅਖੀਰਲੇ ਸਮੇਂ ਵਿੱਚ ਉਹ ਵਾਪਸ ਲੈ ਲਈ ਗਈ। ਇਸ ਤੋਂ ਪਹਿਲਾਂ ਉਹ ਮੰਤਰੀ ਵੀ ਰਹਿ ਚੁੱਕਾ ਔਰ ਹੋਰ ਵੀ ਜਿਹੜੇ ਦੋਸ਼ੀ ਸਨ ਉਹਨਾਂ ਸਾਰਿਆਂ ਨੂੰ ਮੰਤਰੀਆਂ ਅਤੇ ਹੋਰ ਅਹੁਦੇ ਦੇ ਕੇ ਪਤਾ ਨਹੀਂ ਕੀ ਸੁਨੇਹਾ ਸਿੱਖਾਂ ਨੂੰ ਦਿੱਤਾ ਜਾ ਰਿਹਾ ਹੈ ਜਾਂ ਬਾਰ-ਬਾਰ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੁਣ ਇੱਕ ਵਾਰ ਫਿਰ ਆਉਣ ਵਾਲੀਆਂ ਚੋਣਾਂ ਦੇ ਵਿੱਚ, ਪ੍ਰਾਇਮਰੀ ਦੇ ਵਿੱਚ, ਯਾਨੀ ਕਿ ਕਾਂਗਰਸ ਨੇ ਇੱਕ ਨਵਾਂ ਸਿਸਟਮ ਸ਼ੁਰੂ ਕੀਤਾ। ਕੁਝ ਇਲਾਕਿਆਂ ਦੇ ਵਿੱਚ, ਕੁਝ ਚੋਣ ਹਲਕਿਆਂ ਦੇ ਵਿੱਚ, ਜਿਵੇਂ ਅਮਰੀਕਾ ਦੇ ਵਿੱਚ ਹੁੰਦਾ ਹੈ ਕਿ ਆਪਸ ਦੇ ਵਿੱਚੋਂ ਜਿਹੜੇ ਕੈਂਡੀਡੇਟ ਹਨ, ਜਿਹੜੇ ਉਮੀਦਵਾਰ ਹਨ, ਉਹ ਆਪਸ ਦੇ ਵਿੱਚ ਹੀ ਪਹਿਲਾਂ ਉਤਰਨਗੇ ਮੈਦਾਨ ਦੇ ਵਿੱਚ ਔਰ ਉਹਨਾਂ ਦੇ ਵਿੱਚੋਂ ਜਿਹੜਾ ਚੁਣਿਆ ਜਾਏਗਾ ਉਹ ਪਾਰਟੀ ਦਾ ਉਮੀਦਵਾਰ ਹੋਏਗਾ ਆਉਣ ਵਾਲੀਆਂ ਚੋਣਾਂ ਦੇ ਵਿੱਚ। ਇਸ ਪ੍ਰਾਇਮਰੀ ਦੇ ਵਿੱਚ ਜਗਦੀਸ਼ ਟਾਈਟਲਰ ਨੂੰ ਫਿਰ
ਉਮੀਦਵਾਰ ਦੇ ਤੌਰ ਦੇ ਉੱਤੇ ਪੇਸ਼ ਕੀਤਾ ਗਿਆ। ਇੱਕ ਪਾਸੇ 1984 ਦੀ ਇਹ 30ਵੀਂ ਵਰ੍ਹੇਗੰਢ ਹੈ, ਇੱਕ ਪਾਸੇ ਉਹਨਾਂ ਦੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ, ਇੱਕ ਪਾਸੇ ਅਰਵਿੰਦ ਕੇਜਰੀਵਾਲ ਦੀ ਸਰਕਾਰ ਜਿਹੜੀ ਕੁਝ ਦਿਨਾਂ ਲਈ ਆਈ, ਉਸਨੇ ਆਂਦੇ ਸਾਰ ਇੱਕ SIT ਦਾ ਗਠਨ ਦੀ ਰਿਕਮੈਂਡੇਸ਼ਨ ਕਰ ਦਿੱਤੀ, ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੀ। ਔਰ ਦੂਸਰੇ ਪਾਸੇ ਕਾਂਗਰਸ ਵੱਲੋਂ ਜਗਦੀਸ਼ ਟਾਈਟਲਰ ਨੂੰ ਮੁੜ ਇੱਕ ਬਤੌਰੇ ਆਪਣਾ ਚਿਹਰਾ, ਕਾਂਗਰਸ ਦਾ ਨੁਮਾਇੰਦਾ ਪੇਸ਼ ਕਰਨਾ, ਇਹ ਕੀ ਸੁਨੇਹਾ ਜਾਂਦਾ ਹੈ, ਇਸ ਨੂੰ ਜ਼ਰੂਰ ਵਿਚਾਰਨਾ ਪਏਗਾ। ਇਹਦੇ ਬਾਰੇ ਅਸੀਂ ਤੁਹਾਡੇ ਨਾਲ ਕਿਸੇ ਵੇਲੇ ਜ਼ਰੂਰ ਗੱਲਬਾਤ ਕਰਾਂਗੇ ਜਦੋਂ ਅਸੀਂ ਚੋਣਾਂ ਦੀ, ਕਿਉਂਕਿ ਚੋਣਾਂ ਦਾ ਇਸ ਵੇਲੇ ਰੌਲਾ ਹੈ। ਦੂਸਰੀ ਚੀਜ਼, ਇਤਿਹਾਸ ਬਹੁਤ ਤੇਜ਼ੀ ਦੇ ਨਾਲ ਵੱਧਦਾ ਜਾਂਦਾ ਹੈ। ਇਤਿਹਾਸ ਬਾਰੇ ਆਮ ਕਿਹਾ ਜਾਂਦਾ ਹੈ, ਜੇਕਰ ਤੁਸੀਂ ਇਤਿਹਾਸ ਤੋਂ ਸਬਕ ਨਹੀਂ ਸਿੱਖੋਗੇ, ਇਤਿਹਾਸ ਉਹਨਾਂ ਕੌਮਾਂ ਨੂੰ ਖਤਮ ਕਰ ਦਿੰਦਾ ਹੈ। ਜੌਨ ਡਾਸਨ ਦਾ ਵੀ ਇਹ ਕਹਿਣਾ ਹੈ ਕਿ ਜੇ ਤੁਸੀਂ ਆਪਣੇ ਭਵਿੱਖ ਨੂੰ ਕਾਬੂ ਵਿੱਚ ਰੱਖਣਾ ਚਾਹੁੰਦੇ ਹੋ ਤਾਂ ਆਪਣੇ ਪਾਸਟ, ਆਪਣੇ ਮਾਜ਼ੀ, ਆਪਣੇ ਭੂਤਕਾਲ ਦੇ ਉੱਤੇ ਆਪਣੀ ਪਕੜ ਮਜ਼ਬੂਤ ਰੱਖੋ। ਇਹ ਪਿਛਲਾ ਇਤਿਹਾਸ ਹੈ ਜਿਹੜਾ ਮੁੜ ਮੁੜ ਕੇ ਅੱਗੇ ਆਉਣ ਵਾਲੇ ਸਮੇਂ ਲਈ ਪ੍ਰੇਰਨਾ ਦਿੰਦਾ ਹੈ। ਅੱਗੇ ਦੇ ਜੇ ਚੇਤੀਏ ਤਾਂ ਕਾਇਤ ਮਿਲੇ ਸਜਾਏ। ਸਾਡੀ ਅਰਦਾਸ, ਰੋਜ਼ ਕੀਤੀ ਹੋਈ ਅਰਦਾਸ ਕੀ ਹੈ? ਉਹ ਅਰਦਾਸ ਵੀ ਤਾਂ ਇਤਿਹਾਸ ਦਾ ਇੱਕ ਸੰਖੇਪ ਰੂਪ ਹੈ, ਜਿਸ ਦੇ ਵਿੱਚ ਸਾਰਾ ਕੁਝ ਹੋਇਆ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਹੁਣ ਤੱਕ ਦੇ ਸਮੇਂ ਦੀਆਂ ਸਾਰੀਆਂ ਘਟਨਾਵਾਂ ਨੂੰ ਬਹੁਤ ਹੀ ਸੰਖੇਪ ਪਰ ਬਹੁਤ ਹੀ ਪੀढ़े ਤਰੀਕੇ ਦੇ ਨਾਲ ਮੁੜ ਦੁਹਰਾਇਆ ਜਾਂਦਾ ਹੈ। ਇੱਕ ਵਾਰ ਨਹੀਂ, ਦੋ ਵਾਰ ਨਹੀਂ, ਹਰ ਅਰਦਾਸ ਵਿੱਚ, ਹਰ ਥਾਂ ਤੇ ਇਸ ਗੱਲ ਨੂੰ ਦੁਹਰਾਇਆ ਜਾਂਦਾ ਹੈ। ਔਰ ਇਤਿਹਾਸ ਦੇ ਵਿੱਚ ਜਿਹੜੀ ਬਹੁਤ ਅਹਿਮ ਇੱਕ ਘਟਨਾ ਹੈ ਕਿ ਪੰਜਾਬ ਦੋ ਕੇਂਦਰਾਂ ਦੇ ਵਿਚਕਾਰ ਸਥਿਤ ਸੀ। ਇੱਕ ਪਾਸੇ ਲਾਹੌਰ ਸੀ, ਇੱਕ ਪਾਸੇ ਦਿੱਲੀ ਸੀ। ਦੋਨੋਂ ਪਾਸਿਓਂ ਆਉਣ ਵਾਲੇ ਤੂਫਾਨ ਦਾ ਸਾਹਮਣਾ ਕਰਨਾ ਪੈਂਦਾ ਸੀ। ਜੇਕਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਹੁੰਦੀ ਹੈ ਤਾਂ ਉਹ ਜਹਾਂਗੀਰ, ਜੋ ਕਿ ਉਸ ਵੇਲੇ ਜਹਾਂਗੀਰ ਦਾ ਰਾਜ ਹੈ, ਪਰ ਉਹਨਾਂ ਦੀ ਸ਼ਹਾਦਤ ਲਾਹੌਰ ਦੇ ਵਿੱਚ ਹੁੰਦੀ ਹੈ। ਔਰ ਜੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੁੰਦੀ ਹੈ ਤਾਂ ਠੀਕਰ ਫੋਰ ਦਲੀਸ ਸਿਰ, ਇਹ ਦਲੀਸ ਦਿੱਲੀ ਪਤੀ, ਦਿੱਲੀ ਦਾ ਬਾਦਸ਼ਾਹ, ਉਸ ਦੇ ਸਿਰ ਦੇ ਉੱਤੇ ਉਹਨਾਂ ਦੀ ਸ਼ਹਾਦਤ ਦਾ ਠੀਕਰਾ ਪੰਨਿਆ ਜਾਂਦਾ ਹੈ। ਦਿੱਲੀ ਗੁਰੂ ਨਾਨਕ ਸਾਹਿਬ ਦੇ ਵੇਲੇ ਤੋਂ ਸਿੱਖ ਇਤਿਹਾਸ ਦੇ ਨਾਲ ਜੁੜੀ, ਜਿੱਥੇ ਗੁਰੂ ਹਰਗੋਬਿੰਦ ਸਾਹਿਬ ਵੀ ਗਏ, ਗੁਰੂ ਹਰਕ੍ਰਿਸ਼ਨ ਸਾਹਿਬ ਵੀ ਗਏ, ਗੁਰੂ ਤੇਗ ਬਹਾਦਰ ਸਾਹਿਬ ਨੇ ਵੀ ਸਫ਼ਰ ਕੀਤਾ ਔਰ ਆਪਣੀ ਅੰਤਮ ਯਾਤਰਾ ਉੱਥੋਂ ਹੀ ਆਰੰਭ ਕੀਤੀ। ਗੁਰੂ ਗੋਬਿੰਦ ਸਿੰਘ ਸਾਹਿਬ ਵੀ ਇਸ ਧਰਤੀ ਦੇ ਉੱਤੇ ਆਏ, ਪਰ ਦਿੱਲੀ ਦੇ ਨਾਲ ਰਿਸ਼ਤਾ ਕੁਝ ਅਜੀਬ ਕਿਸਮ ਦਾ ਰਿਹਾ। ਦਰਅਸਲ ਪੱਛਮ ਦੇ ਵਿੱਚੋਂ ਆਉਂਦੇ ਹਰ ਹਮਲਾਵਰ ਦਾ ਨਿਸ਼ਾਨਾ ਦਿੱਲੀ ਹੁੰਦਾ ਸੀ। ਪੰਜਾਬ ਉਸ ਦੇ ਰਸਤੇ ਵਿੱਚ ਆਉਂਦਾ ਸੀ ਔਰ ਪੰਜਾਬ ਨੂੰ ਉਸ ਦੀ ਬਹੁਤ ਮਾਰ ਝੇਲਣੀ ਪੈਂਦੀ ਸੀ, ਜਿਸ ਲਈ ਜਿਹੜੇ ਇਨਵੇਡਰਸ ਜਾਂ ਹਮਲਾਵਰ ਉਸ ਪਾਸਿਓਂ ਆਉਂਦੇ ਸੀ, ਉਹਨਾਂ ਦਾ ਗੁੱਸਾ, ਉਹਨਾਂ ਦਾ ਕ੍ਰੋਧ ਸਿੱਖਾਂ ਦੇ ਉੱਤੇ ਵਿਸ਼ੇਸ਼ ਕਰਕੇ ਸੀ, ਕਿਉਂਕਿ ਇਹ ਇੱਕ ਰੁਕਾਵਟ ਬਣਦੇ ਸੀ। ਸੋ ਇੱਕ ਕਹਿ ਲਿਆ ਜਾਏ, ਇੱਕ ਤਿਕੋਣੀ ਜਿਹੀ ਲੜਾਈ ਬਣ ਗਈ। ਇੱਕ ਪਾਸੇ ਤਾਂ ਦਿੱਲੀ ਸੀ, ਦੂਜੇ ਪਾਸੇ ਕਾਬਲ ਸੀ। ਇਹਨਾਂ ਦੋਨਾਂ ਦੇ ਵਿਚਕਾਰ ਸਿੱਖ ਸਨ। ਸ਼ਹਾਦਤਾਂ, ਘੱਲੂਘਾਰੇ, ਸਭ ਕੁਝ ਬਹੁਤ ਸੰਖੇਪ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਕਰਾਂਗੇ। ਅਖੀਰ ਦੇ ਵਿੱਚ ਸਿੱਖ ਪੜ੍ਹਦੇ ਸੀ ਜਦੋਂ ਅਹਿਮਦ ਸ਼ਾਹ ਅਬਦਾਲੀ ਦਾ ਹਮਲਾ ਹੁੰਦਾ ਸੀ,
सिख पढ़ते सी गुरु साहब कह गए दिल्ली काबुल ते कुत्ता मंगवाऊं, मुगलों ताईं तुड़ाऊं, दिल्ली तख्त उड़ाऊं, जड़ ते ਸਿੰਘਨ को बिठवाऊं। ਦਿੱਲੀ ਦੇ ਨਾਲ ਉਹਨਾਂ ਦਾ ਗਿਲਾ ਇਹਨਾਂ ਲਫ਼ਜ਼ਾਂ ਦੇ ਵਿੱਚ ਪ੍ਰਗਟ ਹੁੰਦਾ ਸੀ। ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ, ਛਤਰ ਚੁਲੇਗਾ ਸੀਸ पे खूब करेगी मौज। ਔਰ 1783 ਦੇ ਵਿੱਚ ਉਹ ਦਿਨ ਆਇਆ ਜਦੋਂ ਸਿੱਖ ਫੋਰਸਸ ਨੇ ਦਿੱਲੀ ਦੇ ਲਾਲ ਕਿਲੇ ਦੇ ਉੱਤੇ ਕਬਜ਼ਾ ਕੀਤਾ। ਦਿੱਲੀ ਦੇ ਲਾਲ ਕਿਲੇ ਤੇ ਕਬਜ਼ਾ ਕਰਨਾ ਇੱਕ ਕਿਲੇ ਦੇ ਉੱਤੇ ਕਬਜ਼ਾ ਕਰਨਾ ਨਹੀਂ ਸੀ, ਬਲਕਿ ਉਸ ਦਾ ਮਕਸਦ ਸਾਡੇ ਬਜ਼ੁਰਗਾਂ ਦਾ ਨਿਸ਼ਾਨਾ ਬਹੁਤ ਸਪਸ਼ਟ ਸੀ ਕਿ ਉਹ ਜਿਹੜੇ ਗੁਰਦੁਆਰੇ ਜਿਹੜੇ ਗੁਰੂ ਸਾਹਿਬ ਦੇ ਨਾਲ ਜੁੜੇ ਹੋਏ ਹਨ ਉਹਨਾਂ ਦੀ ਤਾਮੀਰ, ਉਹਨਾਂ ਦੀ ਕੰਸਟਰਕਸ਼ਨ, ਉਹਨਾਂ ਦੀ ਉਸਾਰੀ ਇਹ ਕਰਵਾਈ ਜਾਏ। ਇੱਕ ਬਹੁਤ ਹੀ ਪਵਿੱਤਰ ਉਦੇਸ਼ ਨੂੰ ਲੈ ਕੇ ਸਿੱਖਾਂ ਨੇ ਦਿੱਲੀ ਵੱਲ ਕੂਚ ਕੀਤਾ ਔਰ ਉਸ ਦੇ ਵਿੱਚ ਕਾਮਯਾਬੀ ਹੋਈ। ਹਰੀ ਰਾਮ ਗੁਪਤਾ ਆਪਣੇ ਹਿਸਟਰੀ ਆਫ ਦਾ ਸਿੱਖਸ ਵਿੱਚ ਲਿਖਦਾ ਹੈ 17 ਵਾਰ ਸਿੱਖਾਂ ਨੇ ਦਿੱਲੀ ਦੇ ਉੱਤੇ ਹਮਲੇ ਕੀਤੇ ਔਰ ਕਾਮਯਾਬ ਹਮਲੇ ਕੀਤੇ। ਔਰ ਉਹਨਾਂ ਹਮਲਿਆਂ ਦੇ ਵਿੱਚ ਹਰੀ ਰਾਮ ਗੁਪਤਾ ਦੇ ਮੁਤਾਬਕ ਜਦੋਂ ਉਹਨਾਂ ਦੇ ਪਰਿਵਾਰ ਦਾ ਕੋਈ ਮੈਂਬਰ ਉਹਨਾਂ ਨਾਲ ਨਹੀਂ ਸੀ, ਉਹਨਾਂ ਦੀਆਂ ਔਰਤਾਂ ਉਹਨਾਂ ਨਾਲ ਨਹੀਂ ਸਨ, ਉਹਨਾਂ ਦਾ ਆਚਰਣ ਇੱਕ ਆਦਰਸ਼ਕ ਸੀ, ਉਹਨਾਂ ਨੇ ਹਮਲੇ ਜ਼ਰੂਰ ਕੀਤੇ। ਹਰੀ ਰਾਮ ਗੁਪਤਾ ਦੇ ਕਹਿਣ ਮੁਤਾਬਕ ਮਰਦਾਂ ਦੀ ਤਰ੍ਹਾਂ ਹਮਲੇ ਕੀਤੇ। ਕਿਸੇ ਔਰਤ ਤੇ, ਕਿਸੇ ਬਜ਼ੁਰਗ ਦੇ ਉੱਤੇ, ਕਿਸੇ ਡਿੱਗੇ ਹੋਏ ਦੇ ਉੱਤੇ ਉਹਨਾਂ ਨੇ ਕੋਈ ਵਾਰ ਨਹੀਂ ਕੀਤਾ। ਉਸ ਦਾ ਕਹਿਣਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਇਹ ਖਾਲਸਾ ਦੁਨੀਆ ਦੇ ਫੌਜਾਂ ਦੇ ਇਤਿਹਾਸ ਦੇ ਵਿੱਚ ਇਸ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਇਹ ਹਰੀ ਰਾਮ ਗੁਪਤਾ ਦੀ ਆਪਣੀ ਟਿੱਪਣੀ ਹੈ। ਪਰ 1783 8 9 10 11 12 ਮਾਰਚ 1783 ਵਿੱਚ ਜੋ ਕੁਝ ਹੋਇਆ, ਜਿਹੜਾ ਇੱਕ ਬਹੁਤ ਹੀ ਸ਼ਾਨਦਾਰ ਅੰਗ ਹੈ, ਪਰ ਲੋਕ ਭੁੱਲ ਗਏ, ਇਤਿਹਾਸ ਤੋਂ ਨਾਵਾਕਿਫ ਹੋ ਗਏ। ਬੜੀ ਹੈਰਾਨੀ ਹੈ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਪਰਾਲਾ ਕੀਤਾ ਔਰ ਹੈਰਾਨੀ ਲਫ਼ਜ਼ ਬਿਲਕੁਲ ਜਾਇਜ਼ ਹੈ ਕਿ ਦਿੱਲੀ ਦੇ ਲਾਲ ਕਿਲੇ ਦੇ ਉੱਤੇ ਉਸ ਕਬਜ਼ੇ ਦੀ, ਉਸ ਹਮਲੇ ਦੀ, ਉਸ ਫਤਿਹ ਦੀ ਯਾਦ ਦੇ ਵਿੱਚ ਫਿਰ ਸਮਾਗਮ ਕੀਤੇ ਜਾ ਰਹੇ ਹਨ। ਇੱਕ ਫਤਿਹ ਮਾਰਚ, ਇੱਕ ਜਲੂਸ, ਇੱਕ ਨਗਰ ਕੀਰਤਨ ਦਿੱਲੀ ਦੀਆਂ ਬਾਜ਼ਾਰਾਂ ਦੇ ਵਿੱਚੋਂ ਹੁੰਦਾ ਹੋਇਆ ਲਾਲ ਕਿਲੇ ਜਾਏਗਾ ਔਰ ਲਾਲ ਕਿਲੇ ਦੇ ਮੈਦਾਨ ਦੇ ਵਿੱਚ ਇਸ ਦਾ ਸਮਾਪਨ ਹੋਏਗਾ ਔਰ ਉਸ ਦਿਨ ਨੂੰ ਯਾਦ ਕੀਤਾ ਜਾਏਗਾ। ਇਤਿਹਾਸ ਦੇ ਇਸ ਵਰਕੇ ਨੂੰ ਇਸ ਤਰੀਕੇ ਦੇ ਨਾਲ ਦੁਹਰਾਇਆ ਜਾਣਾ ਇੱਕ ਬਹੁਤ ਹੀ ਅਜ਼ੀਮ, ਬਹੁਤ ਵੱਡੀ ਘਟਨਾ ਹੈ। ਪਰ ਇਸ ਦੇ ਨਾਲ ਹੀ ਕੇਵਲ ਇਸ ਨੂੰ ਸਿੰਬੋਲਿਕ ਨਹੀਂ ਰੱਖ ਕੇ ਇਸ ਦੇ ਜਿਹੜੇ ਸਬਕ ਹਨ ਉਸ ਇਤਿਹਾਸ ਨੂੰ ਮੁੜ ਤਾਜ਼ਾ ਕਰਨ ਦੀ ਲੋੜ ਹੈ, ਜਿਸ ਕਾਰਨਾਂ ਕਰਕੇ ਇਹ ਸਾਰਾ ਕੁਝ ਹੋਇਆ ਸੀ। ਔਰ ਉਸ ਦੇ ਮੁਤਾਬਕ ਆਪਣੀ ਸੋਵਰਨਿਟੀ ਨੂੰ, ਆਪਣੀ ਆਜ਼ਾਦ ਹਸਤੀ ਨੂੰ, ਆਪਣੇ ਨਿਆਰੇਪਨ ਨੂੰ ਕਾਇਮ ਰੱਖਣਾ, ਅਗਰ ਇਹ ਇਸ ਸਾਰੇ ਫਤਿਹ ਮਾਰਚ ਜਿਹੜਾ ਦਿੱਲੀ ਗੁਰਦੁਆਰਾ ਕਮੇਟੀ ਨੇ ਆਰੰਭਿਆ ਹੈ ਉਸ ਦੇ 'ਚੋਂ ਅਗਰ ਹਾਸਲ ਹੋ ਸਕੇ, ਅਗਰ ਸਾਡਾ ਇਤਿਹਾਸ ਦੇ ਨਾਲ ਕੁਝ ਥੋੜ੍ਹਾ ਬਹੁਤ ਵੀ ਅਗਰ ਇੰਟਰਸਟ ਕ੍ਰੀਏਟ ਹੋ ਸਕੇ ਤਾਂ ਬਹੁਤ ਵੱਡੀ ਗੱਲ ਹੋਏਗੀ। ਦਿੱਲੀ ਕਿਸ ਤਰੀਕੇ ਦੇ ਨਾਲ ਹਮਲੇ ਹੋਏ, ਉਸ ਤੋਂ ਪਹਿਲਾਂ 2 ਜਲੂਸ ਦਿੱਲੀ ਦੀਆਂ ਬਾਜ਼ਾਰਾਂ ਦੇ ਵਿੱਚ, ਦਿੱਲੀ ਦੀਆਂ ਗਲੀਆਂ ਦੇ ਵਿੱਚ, ਦਿੱਲੀ ਦੇ ਉਹਨਾਂ ਇਲਾਕਿਆਂ ਦੇ ਵਿੱਚ ਨਿਕਲੇ। ਪਹਿਲਾ ਜਲੂਸ 1716 ਦਾ ਸੀ, ਜਿਹਦੇ ਵਿੱਚ ਕਾਫੀ ਵੱਡੀ ਗਿਣਤੀ ਵਿੱਚ ਸਿੱਖਾਂ ਨੂੰ ਜ਼ਲੀਲ ਕਰਦਿਆਂ ਹੋਇਆਂ ਇੱਕ ਜਲੂਸ ਕੱਢਿਆ ਗਿਆ। ਉਸ ਦੇ ਬਾਅਦ 1783 ਵਿੱਚ ਉਹਨਾਂ ਹੀ ਬਾਜ਼ਾਰਾਂ ਦੇ ਵਿੱਚ, ਉਹਨਾਂ ਹੀ ਗਲੀਆਂ ਦੇ ਵਿੱਚ ਦੂਸਰਾ ਜਲੂਸ ਨਿਕਲਿਆ। ਦੋਨਾਂ ਵਿੱਚ ਕੀ ਫਰਕ ਸੀ? ਔਰ ਹੁਣ ਇੱਕ ਤੀਸਰਾ ਜਲੂਸ ਫਿਰ ਉਹਨਾਂ ਹੀ ਬਾਜ਼ਾਰਾਂ ਦੇ ਵਿੱਚੋਂ ਕੱਢਿਆ ਜਾ ਰਿਹਾ ਹੈ। ਅਸੀਂ ਇਹਨਾਂ ਤਿੰਨਾਂ ਦੇ ਬਾਰੇ ਤੁਹਾਡੇ ਨਾਲ ਗੱਲਬਾਤ ਕਰਾਂਗੇ ਔਰ ਸਾਡੀ ਕੋਸ਼ਿਸ਼ ਹੈ
ਜੇ ਸਾਡੇ ਮਹਿਮਾਨ ਸਾਡੇ ਨਾਲ ਜੁੜ ਸਕਣ ਤਾਂ ਕਿ ਅਸੀਂ ਉਹਨਾਂ ਦੇ ਕੋਲੋਂ ਇਸ ਦੇ ਬਾਰੇ ਜਾਣਕਾਰੀ ਲੈ ਸਕੀਏ। ਸਮਾਂ ਹੈ ਇੱਕ ਛੋਟੇ ਜਿਹੇ ਵਕਫੇ ਦਾ, ਮੁੜ ਹਾਜ਼ਰ ਹੋਵਾਂਗੇ। Farm Fresh Produce and Grocery Grand Opening 27 फरवरी ਨੂੰ। Now fresh fruits, vegetables, spices, dairy products and grocery in competitive price ਤੇ whole new range ਤੁਹਾਡੀਆਂ daily needs ਲਈ। ਅੱਜ ਹੀ ਵਿਜ਼ਿਟ ਕਰੋ best offers ਲਈ। Farm Fresh 10102 116th Street, Richmond Hill, New York 11419. Call 7185770022. Are you in deportation? Do you have a complex immigration matter? Has your immigration case been denied? For all your complex immigration matters, including family-based immigration, employment-based immigration, deportation, citizenships, battered spouses, call Gahey and Associates at 718-263-5999 for a free initial consultation. Over the years, we've helped many people in getting the green cards. Would you like to have your green card? Call Gahey and Associates now. China Jewelers, Sacramento, California. ਇੱਥੇ ਅਵੇਲੇਬਲ ਹੈ 22 ਕੈਰਟ 골ਡ ਜੁਐਲਰੀ ਤੇ 골ਡ coins। ਅਸੀਂ ਕਰਦੇ ਹਾਂ 골ਡ coins ਦੀ ਸ਼ਿਪਿੰਗ ਪੂਰੇ USA ਵਿੱਚ। ਐਕਸਕਲੂਸਿਵ ਵੈਰਾਈਟੀ ਬ੍ਰਾਈਡਲ ਸੈਟਸ ਤੇ ਬੈਂਗਲਸ ਵਿੱਚ। ਕਸਟਮਰਸ ਦੀ ਤਸੱਲੀ ਲਈ 골ਡ ਪਿਓਰਿਟੀ ਚੈੱਕ ਕਰਨ ਲਈ ਕੰਪਿਊਟਰਾਈਜ਼ਡ ਮਸ਼ੀਨ। ਅਸੀਂ ਪੇ ਕਰਦੇ ਹਾਂ ਟੌਪ ਡਾਲਰਸ। ਤੁਸੀਂ ਆਪਣੀ ਜੁਐਲਰੀ ਗਹਿਣੇ ਵੀ ਰੱਖ ਸਕਦੇ ਹੋ। ਲੋਨ ਫॉर गोल्ड अपना सोना रखो ते ले जाओ कैश। For any inquiry call इंद्रजीत से या विजिट करो चीना ज्वेलर्स। इंडिया असली इंडिया यही तो है असली इंडिया। असली मसाले यही असली इंडिया। मिराज बैंकेट हॉल एंड रेस्टोरेंट। वेडिंग होवे या बर्थडे पार्टी, मिराज है परफेक्ट हर सेलिब्रेशन ਲਈ। मिराज इंडियन क्यूजिन विद प्रॉपर सिटिंग फैसिलिटी। विजिटर्स ਲਈ प्राइवेट पार्किंग फैसिलिटी भी अवेलेबल है। Tax Raja. We are tax planners, not just tax preparers. Tax Raja ਕੋਲ ਤਜਰਬੇਕਾਰ CPAs, tax planners ਅਤੇ tax preparers ਹਨ। ਅਸੀਂ individual ਤੇ business tax returns, income tax filing, bookkeeping, payroll, financial statement, free e-file, free tax advice, free review ਤੇ IRS representation ਕਰਦੇ ਹਾਂ। ਜਲਦੀ tax file ਕਰੋ ਅਤੇ ਜਲਦੀ ਹੀ fund ਪਾਓ। Taxi, limousine, construction ਵੀਰਾਂ ਲਈ ਅਤੇ ਨਾਲ ਹੀ ਨਾਲ self employed ਲਈ special price. We have multiple locations. ਅੱਜ ਹੀ ਕਾਲ ਕਰੋ 7188801992. Preet Furniture of Punjab Nawa Shahar proudly announces their brand new showroom. Come and see variety of furniture for living room, dining room, bedroom, kids room, office furniture and more. Buy ready-made or custom-made, Preet Furniture can do it all. ਤੇ ਆਪਣੀ ਪਸੰਦ ਦਾ ਫਰਨੀਚਰ ਖਰੀਦੋ। ਬਲਿੰਦਰ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 7188494530 or 9177748566. Preet Furniture. ਟੈਕਸ ਪ੍ਰੋਬਲਮ? ਨੋ ਪ੍ਰੋਬਲਮ। ਕੰਪਿਊਟੈਕਸ INC ਆਓ ਤੇ ਆਪਣੇ ਟੈਕਸਾਂ ਦਾ ਮਸਲਾ ਸੁਲਝਾਓ। ਕੰਪਿਊਟੈਕਸ INC ਬਿਜ਼ਨਸ ਅਤੇ ਪਰਸਨਲ ਇਨਕਮ ਟੈਕਸ। ਅਸੀਂ ਪੇਰੋਲ ਐਂਡ ਸਰਟੀਫਾਈਡ ਪੇਰੋਲ ਟੈਕਸਸ, MTA ਟੈਕਸਸ, ਵਰਕਰਸ ਕੰਪਨਸੇਸ਼ਨ, ਬੁੱਕਕੀਪਿੰਗ ਆਦਿ ਵੀ ਕਰਦੇ ਹਾਂ। ਕੰਪਿਊਟੈਕਸ INC ਹਰ ਵੇਲੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ। 20 ਸਾਲਾਂ ਦਾ ਤਜਰਬਾ। We cover all 50 states. ਅਸੀਂ ਪੰਜਾਬੀ, ਉਰਦੂ ਅਤੇ ਹੋਰ ਵੀ ਭਾਸ਼ਾ ਬੋਲਦੇ ਹਾਂ। ਵਧੇਰੀ ਜਾਣਕਾਰੀ ਲਈ ਸਾਨੂੰ ਕੰਟੈਕਟ ਕਰੋ 7183715555 7184265695। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ
ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਜਿਵੇਂ ਅਸੀਂ ਜ਼ਿਕਰ ਕਰ ਰਹੇ ਸੀ ਦਿੱਲੀ ਦਾ ਔਰ ਸਿੱਖਾਂ ਦਾ ਇੱਕ ਤਲਕ। ਦਿੱਲੀ ਨੇ ਉਹ ਸਿੱਖਾਂ ਦੇ ਨਾਲ ਜਿਹੜਾ ਰਿਸ਼ਤਾ ਰਿਹਾ, ਜੋ ਸੰਬੰਧ ਰਿਹਾ, ਇਸ ਦਿੱਲੀ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ। ਇਸ ਦਿੱਲੀ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਸੈਂਕੜੇ ਸਿੱਖਾਂ ਦਾ ਜੋ ਜਲੂਸ ਕੱਢਿਆ ਗਿਆ ਔਰ ਉਸ ਦੇ ਵਿੱਚ ਜਿਸ ਢੰਗ ਦੇ ਨਾਲ ਉਹਨਾਂ ਸਿੱਖਾਂ ਨੂੰ ਵਾਲ ਖੋਲ੍ਹ ਕੇ ਉੱਤੇ ਕਾਗਜ਼ ਦੀਆਂ ਟੋਪੀਆਂ ਪਾ ਕੇ ਔਰ ਨੇਜ਼ਿਆਂ ਦੇ ਉੱਤੇ ਕਈਆਂ ਦੇ ਸਿਰ ਟੰਗੇ ਹੋਏ ਔਰ ਇਸ ਹਿਸਾਬ ਨਾਲ ਉਹਨਾਂ ਦਾ ਜਲੂਸ ਕੱਢ ਕੇ ਔਰ ਇੱਕ ਮਰੀ ਹੋਈ ਬਿੱਲੀ ਵੀ ਨਾਲ ਉਹਨਾਂ ਨੇ ਨੇਜ਼ੇ ਤੇ ਟੰਗੀ ਸੀ ਕਿ ਹੁਣ ਸਿੱਖਾਂ ਦੇ ਘਰਾਂ ਵਿੱਚ ਕੋਈ ਮਰੀ ਹੋਈ ਬਿੱਲੀ ਵੀ ਨਹੀਂ ਰਹਿ ਗਈ। ਇਹ ਸਾਰਾ ਜਲੂਸ ਕੱਢਿਆ ਔਰ ਜਿਹਦੇ ਵਿੱਚ ਸੈਂਕੜੇ ਸਿੱਖਾਂ ਨੂੰ ਸੀਸਗੰਜ ਸਾਹਿਬ ਦੇ ਸਾਹਮਣੇ ਸ਼ਹੀਦ ਕੀਤਾ ਗਿਆ, ਗੁਰੂ ਤੇਗ ਬਹਾਦਰ ਸਾਹਿਬ ਦੇ ਉਸ ਪਾਵਨ ਸ਼ਹੀਦੀ ਸਥਾਨ ਦੇ ਸਾਹਮਣੇ। ਔਰ ਬਾਅਦ ਵਿੱਚ ਬੰਦਾ ਸਿੰਘ ਬਹਾਦਰ ਨੂੰ ਮਹਿਰੋਲੀ ਦੇ ਵਿੱਚ ਜਿਸ ਢੰਗ ਨਾਲ ਸ਼ਹੀਦ ਕੀਤਾ, ਉਸ ਦੀ ਕੋਈ ਮਿਸਾਲ ਨਹੀਂ ਮਿਲਦੀ। ਪਰ ਇਸ ਦੇ ਕੁਝ ਸਾਲਾਂ ਬਾਅਦ ਹੀ ਉਹਨਾਂ ਹੀ ਬਾਜ਼ਾਰਾਂ ਦੇ ਵਿੱਚ ਸਿੱਖਾਂ ਨੇ 1783 ਦੇ ਵਿੱਚ ਫਿਰ ਇੱਕ ਜਲੂਸ ਕੱਢਿਆ ਔਰ ਆਪਣੀ ਜਿਹੜੀ ਜਿੱਤ ਦੀ ਔਰ ਇਨਸਾਫ ਦੀ ਗੱਲ ਕੀਤੀ। ਦਰਅਸਲ ਇਹ ਹਮੇਸ਼ਾ ਹੀ ਸਿੱਖ ਇਤਿਹਾਸ ਨੂੰ ਦੁਹਰਾਉਣ ਦੀ ਔਰ ਚੜ੍ਹਦੀ ਕਲਾ ਦੇ ਵਿੱਚ ਰਹਿਣ ਦੀ ਗੱਲ ਕਰਦਾ ਹੈ। ਬਲਕਿ ਜਦੋਂ ਸਿੱਖਾਂ ਦਾ ਰਾਜ ਗਿਆ, ਸ਼ਾਹ ਮੁਹੰਮਦ ਜੋ ਸ਼ਾਹੀ ਨੈਸ਼ਨਲ ਪੋਇਟ ਜਿਹਨੂੰ ਕਹਿ ਲਓ, ਉਸਨੇ ਵੀ ਇਹੀ ਲਿਖਿਆ, ਲੱਗੀ ਧਮਕ ਸਾਰੇ ਹਿੰਦੁਸਤਾਨ ਅੰਦਰ, ਦਿੱਲੀ ਆਗਰੇ ਹਾਂਸੀ ਹਸਾਰ ਮੀਆਂ, ਬੀਕਾਨੇਰ ਲਖਨਊ ਅਜਮੇਰ ਜੈਪੁਰ ਪਾਈਆਂ, ਭਾਜੜਾ ਜਮਨਾ ਤੋਂ ਪਾਰ ਮੀਆਂ, ਚੱਲੀ ਸਭ ਪੰਜਾਬ ਦੀ ਬਾਦਸ਼ਾਹੀ, ਨਹੀਂ ਦਲਾਂ ਦਾ ਅੰਤ ਸ਼ੁਮਾਰ ਮੀਆਂ, ਸ਼ਾਹ ਮੁਹੰਮਦਾ ਕਿਸੇ ਨਾ ਅਟਕਣਾਈ, ਸਿੰਘ ਰਹਿਣਗੇ ਦਿੱਲੀ ਨੂੰ ਮਾਰ ਮੀਆਂ। ਆਮ ਤੌਰ ਤੇ ਕਹਿੰਦੇ ਸੀ, ਜਿਹੀ ਮਾਰੀ ਬਿੱਲੀ ਤਹੀ ਮਾਰੀ ਦਿੱਲੀ। 17 ਵਾਰ ਦਿੱਲੀ ਨੂੰ ਲੁੱਟਿਆ ਹਰੀ ਰਾਮ ਗੁਪਤਾ ਦੇ ਮੁਤਾਬਕ। ਹੁਣ ਜੋ ਇੱਕ ਇਤਿਹਾਸਕ ਫਤਿਹ ਮਾਰਚ ਕੱਢਿਆ ਜਾ ਰਿਹਾ, ਸਾਨੂੰ ਖੁਸ਼ੀ ਹੈ ਸਾਡੇ ਨਾਲ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜਨਰਲ ਸਕੱਤਰ ਸਾਹਿਬ ਮਨਜਿੰਦਰ ਸਿੰਘ ਸਿਰਸਾ ਸਾਡੇ ਨਾਲ ਲਾਈਨ ਤੇ ਜੁੜੇ ਹਨ। ਸਿਰਸਾ ਸਾਹਿਬ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿਰਸਾ ਸਾਹਿਬ, ਅਮਰੀਕਾ ਤੇ ਕੈਨੇਡਾ ਦੇ ਦਰਸ਼ਕਾਂ ਦੇ ਰੂਬਰੂ ਹੋਣ ਲਈ ਤੁਹਾਡਾ ਨਿੱਘਾ ਸਵਾਗਤ ਹੈ ਔਰ ਜੀ ਆਇਆਂ ਨੂੰ। ਇਹ ਜਿਹੜਾ ਇੱਕ ਉਪਰਾਲਾ ਤੁਸੀਂ ਕੀਤਾ ਹੈ, ਆਮ ਤੌਰ ਦੇ ਉੱਤੇ ਗੁਰਪੁਰਬ ਮਨਾ ਲੈਣੇ, ਹੋਰ ਕਈ ਕੁਝ ਕਰ ਲੈਣਾ, ਸਭ ਕੁਝ ਹੈ, ਪਰ ਇਹ ਇੱਕ ਬੜੀ ਅਜੀਬ ਜੀ ਔਰ ਖ਼ਾਸ ਕਰਕੇ ਅੱਜ ਕੱਲ੍ਹ ਦੇ ਹਾਲਾਤ ਦੇ ਵਿੱਚ ਜਿੱਥੇ ਇੱਥੇ ਤੱਕ ਵੀ ਬਰਦਾਸ਼ਤ ਨਹੀਂ ਕੀਤਾ ਜਾਂਦਾ ਕਈ ਜਗ੍ਹਾ 'ਤੇ ਕਿ ਤੁਸੀਂ ਰਾਜ ਕਰੇਗਾ ਖਾਲਸਾ ਵੀ ਨਾ ਪੜ੍ਹੋ, ਸਿੱਖਾਂ ਦੇ ਬੋਲਬਾਲੇ ਦੀ ਗੱਲ ਨਾ ਕਰੋ, ਖਾਲਸੇ ਦੀ ਚੜ੍ਹਦੀ ਕਲਾ ਦੀ ਗੱਲ ਨਾ ਕਰੋ। ਦਿੱਲੀ ਦੇ ਵਿੱਚ ਰਹਿ ਕੇ ਜਿੱਥੇ ਇੰਨਾ ਕੁਝ ਪਿਛਲੇ ਸਾਲਾਂ ਦੇ ਵਿੱਚ ਦੇਖਿਆ, ਫਿਰ ਉਸ ਇਤਿਹਾਸ ਦੀ ਘਟਨਾ ਨੂੰ ਮੁੜ ਦੁਹਰਾਉਣਾ ਔਰ ਲਾਲ ਕਿਲੇ ਦੇ ਅੰਦਰ ਜਾ ਕੇ ਸਮਾਗਮ ਕਰਨਾ, ਇਹ ਖਿਆਲ ਕਿਸ ਤਰ੍ਹਾਂ ਆਇਆ ਤੇ ਇਹਦੇ ਪਿੱਛੇ ਪਿਛੋਕੜ ਕੀ ਹੈ, ਜਾਂ ਕਹਿ ਲਿਆ ਜਾਏ ਤੁਹਾਡਾ ਹਿਡਨ ਏਜੰਡਾ ਕੀ ਹੈ? ਜੀ ਨਹੀਂ ਜੀ, ਪਹਿਲੀ ਗੱਲ ਤੇ ਆ ਕਿ ਕੋਈ ਹਿਡਨ ਏਜੰਡਾ ਨਹੀਂਗਾ। ਏਜੰਡਾ ਕੇਵਲ ਇੱਕ ਆ ਕਿ ਜਿਹੜਾ ਆਪਣਾ ਸਿੱਖਾਂ ਦਾ ਗੌਰਵਮਈ ਇਤਿਹਾਸ ਆ ਜੀ, ਆਪਣਾ ਲੋਕਾਂ ਨੂੰ, ਕੋਈ ਵੀ ਮੁਲਕ ਹੋਵੇ, ਕੋਈ ਵੀ ਦੁਨੀਆ ਦੇ ਅੰਦਰ ਕਿਸੇ ਤਰ੍ਹਾਂ ਦੇ ਵੀ ਲੋਕ ਹੋਣ, ਉਹਨਾਂ ਨੂੰ ਜੋ ਦਿਖਾਇਆ ਜਾਂਦਾ ਹੈ, ਜੋ ਦਰਸਾਇਆ ਜਾਂਦਾ ਹੈ, ਬਸ ਉਹਨਾਂ ਦੀ ਯਾਦਾਸ਼ਤ ਉੱਥੋਂ ਤੱਕ ਸੀਮਿਤ ਹੁੰਦੀ ਹੈ। ਉਹਨਾਂ ਚੀਜ਼ਾਂ ਨੂੰ ਹੀ ਉਹ ਯਾਦ ਰੱਖਦੇ ਨੇ ਜੀ। ਸਾਡੀ ਕੌਮ ਦੇ ਬਾਰੇ 'ਚ ਪਿਛਲੇ 2 ਦਹਾਕਿਆਂ 'ਚ ਜੋ ਕੁਝ ਹੋਇਆ, ਕਿਤੇ ਨਾ ਕਿਤੇ ਲੋਕਾਂ ਦੇ ਦਿਮਾਗ 'ਚ ਅੱਜ ਵੀ ਗੱਲ ਆ। ਠੀਕ ਆ, ਕੁਝ ਲੋਕ ਮੂੰਹ ਤੇ ਨਹੀਂ ਬੋਲਦੇ, ਸਮਾਜ ਜਿਹੜਾ ਮਾਡਰਨ ਹੋ ਗਿਆ ਉਹ ਚਰਚਾ ਨਹੀਂ ਕਰਦਾ, ਲੇਕਿਨ ਸੱਚਾਈ ਇਹ ਹੈ ਕਿ ਲੋਕਾਂ ਦੇ ਦਿਮਾਗ 'ਚ ਇਹ ਗੱਲ ਆ ਕਿ ਸ਼ਾਇਦ ਅਸੀਂ ਕੋਈ ਅੱਤਵਾਦੀ ਹਾਂ ਤੇ ਬਸ ਵੱਖਵਾਦੀ ਹਾਂ, ਜਾਂ ਅਸੀਂ ਕੇਵਲ ਔਰ ਕੇਵਲ ਇਸ ਤਰ੍ਹਾਂ ਦੀ ਗੱਲਾਂ 'ਚ ਬਿਲੀਵ ਕਰਦੇ ਹਾਂ, ਜਦੋਂ ਕਿ ਸੱਚਾਈ ਤੋਂ ਉਹ ਬਹੁਤ ਦੂਰ ਨੇ। ਉਹਨਾਂ ਨੂੰ ਪਤਾ ਹੀ ਨਹੀਂ ਕਿ ਜੋ ਕੁਝ ਇਸ ਮੁਲਕ ਦੇ ਵਾਸਤੇ ਖਾਲਸਾ ਹੀ ਰਾਜ ਨੇ ਕੀਤਾ ਹੈ, ਜੋ ਕੁਝ ਸਿੱਖਾਂ ਨੇ ਇਸ ਮੁਲਕ ਦੇ ਵਾਸਤੇ ਕੀਤਾ ਹੈ, ਸਾਰੀਆਂ ਕੌਮਾਂ ਦੀਆਂ ਘੱਟ ਮਿਲਾ ਕੇ ਕੁਰਬਾਨੀਆਂ ਨਾਲ ਜੋੜ ਲਓ ਤਾਂ ਵੀ 1% ਨਹੀਂ ਬਣਦੀਆਂ ਜੋ ਕੁਝ ਸਿੱਖਾਂ ਨੇ ਕੀਤਾ ਇਸ ਮੁਲਕ ਵਾਸਤੇ। ਜੀ 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 ਜੀ। ਸੋ ਅਸੀਂ ਪਹਿਲੀ ਆਪਣੇ ਜੋ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਇਹ ਉਪਰਾਲਾ ਕੀਤਾ, ਇਹ ਇੱਕ ਉਪਰਾਲਾ, ਐਸੇ ਕਈ ਉਪਰਾਲੇ ਆਉਣ ਵਾਲੇ ਸਮੇਂ 'ਚ ਕੀਤੇ ਜਾਣਗੇ ਜਿਨ੍ਹਾਂ ਅੰਦਰ ਆਪਣੇ ਇਤਿਹਾਸ ਅੰਦਰ ਜੋ ਵੱਡੀਆਂ ਮੱਲਾਂ ਮਾਰੀਆਂ
ਜੋ ਸਾਡੇ ਗੁਰੂਆਂ ਨੇ ਸਾਡੇ ਤੇ ਕਿਰਪਾ ਕੀਤੀ, ਸਾਡੇ ਨਾਲ ਨਾਲ ਹੋਰ ਧਰਮਾਂ ਤੇ ਹੋਰ ਲੋਕਾਂ ਤੇ ਕਿਰਪਾ ਕੀਤੀ, ਉਹਨਾਂ ਸਭ ਨੂੰ ਉਜਾਗਰ ਕੀਤਾ ਜਾਊਗਾ। ਜਿਵੇਂ 52 ਰਾਜਿਆਂ ਨੂੰ ਗੁਰੂ ਸਾਹਿਬ ਨੇ ਗਵਾਲੀਅਰ ਜੇਲ੍ਹ ਚੋਂ ਕੱਢਿਆ ਜੀ ਜੀ, ਹੁਣ ਉਹ 52 ਰਾਜੇ ਜੇਲ੍ਹ 'ਚ ਸੜ ਕੇ ਮਰ ਜਾਂਦੇ ਜੇ ਗੁਰੂ ਸਾਹਿਬ ਉਹਨਾਂ ਤੇ ਕਿਰਪਾ ਨਾ ਕਰਦੇ ਜੀ। ਪਰ ਨਾ ਤੇ ਆਪਾਂ ਉਹਨਾਂ ਦੇ ਪਰਿਵਾਰਾਂ ਨਾਲ ਕਦੀ ਪੁੱਛਿਆ, ਨਾ ਉਹਨਾਂ ਨੂੰ ਪਤਾ, ਨਾ ਉਹਨਾਂ ਦੇ ਪਰਿਵਾਰਾਂ ਨੂੰ ਪਤਾ। ਇਹ ਇਤਿਹਾਸ ਸਾਡਾ ਅਣਗੌਲਿਆ ਗਿਆ, ਇਹਦੀ ਕਿਸੇ ਨੇ ਕਦੀ ਵਿਚਾਰ ਹੀ ਨਹੀਂ ਕੀਤੀ। ਜੀ 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 ਜੀ। ਇਸੇ ਤਰ੍ਹਾਂ ਇਹ ਜਿਹੜਾ ਇਹ ਫਤਿਹ ਦਿਵਸ ਆਪਾਂ ਮਨਾ ਰਹੇ ਹਾਂ, ਦਿੱਲੀ ਫਤਿਹ ਦਿਵਸ ਜੀ, ਕਿ ਦਿੱਲੀ ਨੂੰ ਫਤਿਹ ਕੀਤਾ ਖਾਲਸਾਈ ਫੌਜਾਂ ਨੇ ਆ ਕੇ। ਜਿਹੜਾ ਦਿੱਲੀ ਨੂੰ ਅੱਜ ਫਤਿਹ ਕਰਕੇ ਜਾਂ ਹਿੰਦੁਸਤਾਨ ਦੀ ਆਜ਼ਾਦੀ ਦੇ ਉੱਤੇ ਆਪਾਂ ਨੂੰ ਇੰਨਾ ਮਾਣ, ਸਾਨੂੰ ਵੀ ਮਾਣ ਆ ਹਿੰਦੁਸਤਾਨ ਦੀ ਆਜ਼ਾਦੀ ਉੱਤੇ, ਸਾਡੇ ਵੀ ਅੰਦਰ ਵੀ ਇਸ ਗੱਲ ਦੀ ਖੁਸ਼ੀ ਹੈ ਕਿ ਅਸੀਂ ਇੱਕ ਆਜ਼ਾਦ ਮੁਲਕ ਅੰਦਰ ਰਹਿ ਰਹੇ ਹਾਂ। ਪਰ ਇਹਦੀ ਆਜ਼ਾਦੀ ਦੀ ਪਹਿਲੀ ਖੁਸ਼ਬੂ ਜਿਹੜੀ ਸੀ ਜੀ, ਉਹ ਸਿੱਖਾਂ ਨੇ ਦਵਾਈ ਇਸ ਮੁਲਕ ਨੂੰ। ਹਿੰਦੁਸਤਾਨ ਦੀਆਂ ਮੁਗਲ ਰਾਜ ਜਿਹੜੀਆਂ ਰਾਜ ਦੀਆਂ ਜੜ੍ਹਾਂ ਨੂੰ ਪੁੱਟਿਆ ਔਰ ਮੁਗਲਾਂ ਦੇ ਇਸ ਰਾਜ ਨੂੰ ਖਤਮ ਕਰਕੇ ਦਿੱਲੀ ਦੇ ਅੰਦਰ ਆ ਕੇ ਆਪਣਾ ਖਾਲਸਾਈ ਪਰਚਮ ਫਹਿਰਾਉਣਾ, ਇਹ ਕੋਈ ਇੱਕ ਬਹੁਤ ਛੋਟੀ ਗੱਲ ਨਹੀਂ ਕਿ ਇੰਨੀ ਵੱਡੀ ਅਹਿਮ ਇਹ ਇਤਿਹਾਸਕ ਘਟਨਾ ਸੀ ਜਿਹੜੀ ਨਾ ਕੇਵਲ ਹਿੰਦੁਸਤਾਨ ਦੇ ਇਤਿਹਾਸ ਅੰਦਰ ਬਲਕਿ ਮੈਂ ਸਮਝਦਾ ਕਿ ਦੁਨੀਆ ਦੇ ਇਤਿਹਾਸ ਅੰਦਰ ਸੁਨਹਿਰੇ ਅਫਸਾਸ ਲਿਖਣ ਵਾਲੀ ਗੱਲ ਆ ਜਿਹੜੀ ਇਹ ਕੌਮ ਨੇ ਉਦੋਂ ਕਰ ਦਿਖਾਈ। ਜੀ ਜੀ ਜੀ। तो मकसद ये सी कि लोगों नूं ये दस्सिया जावे, अपनी पनीरी नूं भी ये दस्सिया जावे। अज मैं अगर अपने बच्चों नूं पुछां लाल किले दा की इतिहास आ, मेरे बच्चे भी यही कहणगे कि लाल किले दे उत्ते जी प्रधानमंत्री झंडा फहराउंदा है जी। लाल किले दा इन्ना ही इतिहास सब नूं पता, इस तो ज्यादा इतिहास नहीं पता। जी जी जी। अज सानू पूरे पंजाब चों, हिंदुस्तान चों, विदेशों तो जो फोन आउंदे ने, बहुत सारे लोग कहंदे ने जी सानू ते इस गल दा पता ही नहीं सी जी कदी। बिल्कुल चाहिए इस तरह कोई भी इन्ना विद्वान नहीं कि उन्होंने अपने बारे सब कुछ ही पता होवे, ऐसा कोई भी विद्वान नहीं हुंदा। ठीक है ठीक है। ये सारे आपां समाजिक लोग हैं, इस करके जदों तक जेड़ियां अपनियां इतिहास आ इन्ना गौरवमयी, इन्ना सुनहरी अखां च लिखण वाला साडा इतिहास आ और असीं अपने इतिहास नूं भुल के केवल आपसी वंड वडारियां च रह गए, कमेटियां भी ਜਿਹੜੀਆਂ ਇਹੀ ਕੰਮ ਕਰਦੇ ਇੱਕ ਦੂਜੇ ਦੇ ਦੋਸ਼ ਬਦੋਸ਼ ਲਾਈ ਚੱਲੋ, ਹੋਰ ਕੋਈ ਕੰਮ ਨਹੀਂ। ਸੋ ਸਾਡਾ ਮਕਸਦ ਕੋਈ ਹਿਡਨ ਏਜੰਡਾ ਨਹੀਂ, ਏਜੰਡਾ ਇੱਕ ਆ ਕਿ ਆਪਣਾ ਜਿੰਨਾ ਵੀ ਗੌਰਵਮਈ ਇਤਿਹਾਸ ਆ ਆਪਾਂ ਉਹਨੂੰ ਵਾਪਸ ਪੁਰਜੀਵਿਤ ਕਰਨਾ ਹੈ ਔਰ ਦੁਨੀਆ ਦੇ ਇਸ ਪੱਧਰ ਤੇ ਲੈ ਕੇ ਆਉਣਾ, ਲੋਕਾਂ ਨੂੰ ਪਤਾ ਲੱਗੇ ਵੀ ਅਸੀਂ ਕੌਣ ਆ, ਸਾਡੇ ਪਿੱਛੇ ਕਿੰਨੀਆਂ ਵੱਡੀਆਂ ਮੱਲਾਂ ਨੇ ਔਰ ਕੌਮ ਦੇ ਅੱਗੇ ਕਿਉਂ ਬਾਕੀ ਧਰਮਾਂ ਨੂੰ, ਬਾਕੀ ਲੋਕਾਂ ਨੂੰ ਇਹ ਸਾਡੇ ਤੇ ਮਾਣ ਮਹਿਸੂਸ ਹੋਣਾ ਚਾਹੀਦਾ, ਨਾ ਕਿ ਸਾਡੇ ਤੋਂ ਜੈਲਸੀ ਜਾਂ ਨਫ਼ਰਤ ਨਹੀਂ, ਬਲਕਿ ਸਾਡੇ ਤੇ ਗਰਵ ਹੋਣਾ ਚਾਹੀਦਾ, ਉਹਨਾਂ ਨੂੰ ਮਾਣ ਹੋਣਾ ਚਾਹੀਦਾ ਸਾਡੇ ਉੱਤੇ ਜੋ ਕੁਝ ਅਸੀਂ ਉਹਨਾਂ ਦੇ ਵਾਸਤੇ ਜਾਂ ਦੇਸ਼ ਦੇ ਵਾਸਤੇ ਜਾਂ ਆਪਣੇ ਵਾਸਤੇ ਵੀ ਕੀਤਾ। ਜੀ ਸਿਰਸਾ ਜੀ, ਇੱਕ ਬੜੀ ਅਹਿਮ ਇਹਦੇ 'ਚ ਬੜੀ ਮਹੱਤਵਪੂਰਨ ਗੱਲ ਹੈ ਕਿ ਜਦੋਂ ਸਿੱਖਾਂ ਨੇ ਦਿੱਲੀ ਦੇ ਉੱਤੇ ਕਬਜ਼ਾ ਕੀਤਾ, ਕਿਉਂਕਿ ਨਾ ਕੇਵਲ ਉਸ ਕਬਜ਼ੇ ਦੀ ਗੱਲ ਹੈ, ਉਸ ਦੇ ਵਿੱਚ ਜਿਹੜੀਆਂ ਸ਼ਰਤਾਂ ਲਿਖੀਆਂ ਗਈਆਂ, ਜਿਹੜੀ ਟ੍ਰੀਟੀ ਕੀਤੀ ਗਈ, ਜਿਹਦੀਆਂ 7 ਸ਼ਰਤਾਂ ਸੀ, ਉਹ ਕਾਫੀ ਹੀ ਗੰਭੀਰ ਵੀ ਹੈ ਔਰ ਅਮਿਊਜ਼ਿੰਗ ਵੀ ਹੈ। ਉਹਨਾਂ ਦੇ ਵਿੱਚ ਕੋਈ ਉਹਨਾਂ ਨੇ ਨਿੱਜੀ ਮੰਗ ਨਹੀਂ ਕੀਤੀ, ਉਹਦੇ ਵਿੱਚ ਕੇਵਲ ਇੱਕ ਮੰਗ ਸੀ, ਉਹ ਗੁਰਦੁਆਰੇ ਜਿਹੜੇ ਗੁਰੂ ਸਾਹਿਬ ਦੇ ਨਾਲ ਜੁੜੇ ਹੋਏ ਹੈ, ਉਹਨਾਂ ਦੇ ਨਾਵਾਂ ਦੇ ਨਾਲ ਜੁੜੇ ਹੋਏ ਗੁਰਦੁਆਰਿਆਂ ਦੀ ਤਾਮੀਰ ਕੀਤੀ ਜਾਏ। ਔਰ ਉਹਦੇ ਵਿੱਚ ਦੇਖੋ ਕਿੰਨੇ ਕਮਾਲ ਦੇ ਜਿਹੜੇ ਸਾਨੂੰ ਸਬਕ ਹੈ। ਮੁਗਲ ਬਾਦਸ਼ਾਹ ਹੈ, ਹਕੂਮਤ ਮੁਗਲਾਂ ਦੀ ਹੈ, ਉਹਨਾਂ ਦਾ ਸ਼ਾਹ ਆਲਮ ਦੋਇਮ ਹੈ ਔਰ ਉਹਦੇ ਨਾਲ ਟ੍ਰੀਟੀ ਹੋ ਰਹੀ ਹੈ, ਸਾਈਨ ਕੀਤੇ ਜਾ ਰਹੇ ਹੈ ਕਿ ਜਿਨ੍ਹਾਂ ਗੁਰਦੁਆਰਿਆਂ ਦੇ ਸਥਾਨ ਤੇ ਅਗਰ ਮਸਜਿਦ ਵੀ ਬਣ ਗਈ ਹੈ, ਉਹਨਾਂ ਮਸਜਿਦਾਂ ਨੂੰ ਵੀ ਫਿਰ ਦੁਬਾਰਾ ਮੁੜ ਗੁਰਦੁਆਰੇ ਵਿੱਚ ਤਬਦੀਲ ਕੀਤਾ ਜਾਏਗਾ। ਇਹ ਜਿਹੜਾ ਕੰਮ ਕਰਵਾ ਦੇਣਾ, ਔਰ ਉਸ ਵੇਲੇ ਜਿਹੜਾ ਮੈਂ ਦੇਖ ਰਿਹਾ ਔਰ ਜਿਸ ਵੇਲੇ ਪੜ੍ਹਨ ਦੀ ਕੋਸ਼ਿਸ਼ ਕਰੀ ਦੀ ਹੈ, ਅਸੀਂ ਬੜੇ ਆਰਾਮ ਦੇ ਨਾਲ, ਬੜੇ ਸਹਿਜੇ ਜੇ ਜਾ ਕੇ ਗੁਰਦੁਆਰਿਆਂ ਦੇ ਵਿੱਚ ਨਤਮਸਤਕ ਹੋ ਜਾਂਦੇ ਹਾਂ। ਪਰ ਜਿਨ੍ਹਾਂ ਕੁਰਬਾਨੀਆਂ ਦੇ ਕੇ ਗੁਰਦੁਆਰਾ ਰਕਾਬਗੰਜ ਸਾਹਿਬ ਦੀ ਥਾਂ ਕਿਸ ਤਰੀਕੇ ਦੇ ਨਾਲ ਲਈ, ਰਾਤੋਂ ਰਾਤ ਉਹਨਾਂ ਨੇ ਉਹਦੀ ਕੰਸਟਰਕਸ਼ਨ ਕਰ ਦਿੱਤੀ, ਰਾਤੋਂ ਰਾਤ ਕੰਸਟਰਕਸ਼ਨ ਹੋ ਕੇ ਗੁਰਦੁਆਰਾ ਸਾਹਿਬ ਤਾਮੀਰ ਵੀ ਹੋ ਗਿਆ ਔਰ ਉੱਥੇ ਅਖੰਡ ਪਾਠ ਸਾਹਿਬ ਵੀ ਸ਼ੁਰੂ ਹੋ ਗਿਆ। ਸੋ ਇਹ ਇੱਕ ਉਹਨਾਂ ਦਾ ਜਜ਼ਬਾ ਔਰ ਇੱਕ ਉਹਨਾਂ ਦੀ ਜਿਹੜੀ ਦ੍ਰਿੜਤਾ ਸੀ, ਇਹ ਬਹੁਤ ਵੱਡੀ। ਔਰ ਫਿਰ ਆਪਣਾ ਆਚਰਣ ਕਾਇਮ ਰੱਖਣਾ ਹਮਲਾਵਰ ਹੋਣ ਦੇ ਬਾਵਜੂਦ। ਪਰ ਸਭ ਤੋਂ ਵੱਡੀ ਜਿਹੜੀ ਗੱਲ ਹੈ, ਜਿਹੜੀ ਚੀਜ਼ ਤੁਸੀਂ ਅਗਰ ਇਹਨੂੰ ਹਾਈਲਾਈਟ ਕਰ ਸਕੋ ਕਿ ਇਹ ਮੁਗਲ ਇੱਕ ਫੋਰਨ ਜਿਹੜਾ ਇਨਵੇਡਰ ਸੀ, ਜਿਹੜਾ ਮੁਗਲ ਹਕੂਮਤ ਸੀ, ਉਸ ਨੂੰ ਸਮਾਪਤ ਪਹਿਲੀ ਵਾਰੀ ਹੋਇਆ ਜਿਹੜਾ ਕਿ ਹਿੰਦੁਸਤਾਨ ਦੇ ਵਿੱਚ ਹੋਇਆ। ਪਰ ਇਹ ਕੀ ਕਾਰਨ ਹੈ ਕਿ ਕਿਸੇ ਹੋਰ ਦੂਜਿਆਂ ਨੇ, ਇੱਕ ਹਰੀ ਰਾਮ ਗੁਪਤਾ ਨਜ਼ਰ ਆਉਂਦਾ ਹੈ ਜਿਨ੍ਹਾਂ ਨੇ ਜ਼ਿਕਰ ਕੀਤਾ, ਜਾਂ ਦੂਸਰੇ ਇਤਿਹਾਸਕਾਰ ਵੀ ਥੋੜ੍ਹਾ ਬਹੁਤ ਇੱਕ ਅੱਧੀ ਲਾਈਨ ਚਲੇ ਜਾਂਦੇ ਹੈ, ਪਰ ਹਰੀ ਰਾਮ ਗੁਪਤਾ ਬਹੁਤ ਵਿਸਥਾਰ ਸਹਿਤ ਦਾ ਜ਼ਿਕਰ ਕਰਦਾ ਹੈ। ਇਹਦਾ ਕੀ ਕਾਰਨ ਹੈ? ਤੁਸੀਂ ਹੁਣ ਕੀ ਦੂਜਿਆਂ ਨੂੰ ਵੀ ਨਾਲ ਜੋੜੋਗੇ?
ਉਸ ਇਤਿਹਾਸ ਨੂੰ, ਉਹ ਜਿਹੜੀ ਟਰੀਟੀ ਤੁਹਾਡੀ ਨੈਸ਼ਨਲ ਆਰਕਾਈਵ ਵਿੱਚ ਹੈ, ਜਿਹਦੀਆਂ ਸ਼ਰਤਾਂ ਬੜੀਆਂ ਕਮਾਲ ਦੀਆਂ, ਉਹਨਾਂ ਸਾਰੀਆਂ ਨੂੰ ਉਜਾਗਰ ਕਿਸ ਤਰੀਕੇ ਨਾਲ ਕਰੋਗੇ, ਇਹਨੂੰ ਕਿਵੇਂ ਮਨਾਓਗੇ, ਇਹ ਇੱਕ ਵਕਫੇ ਦੇ ਬਾਅਦ ਤੁਹਾਡੇ ਕੋਲੋਂ ਅਸੀਂ ਜ਼ਰੂਰ ਜਾਣਨਾ ਚਾਹਾਂਗੇ, ਕਿਉਂਕਿ ਇਹ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਹੋਏਗੀ। ਧੰਨਵਾਦ। ਥੈਂਕ ਯੂ ਸਰ। ਇੱਕ ਬੜਾ ਅੰਬਾ ਜੁਐਲਰ, ਹਰ ਕਿਸੇ ਦੀ ਪਹਿਲੀ ਪਸੰਦ। ਵੈਸਟਰਨ ਤੇ ਟ੍ਰੈਡੀਸ਼ਨਲ ਜੁਐਲਰੀ ਦੀ ਵੈਰਾਈਟੀ ਦੀ ਹੈ ਪਰਮਾਰ। ਹਰ ਤਰ੍ਹਾਂ ਦੀ ਪਾਰਟੀ, ਵੈਡਿੰਗ, ਓਕੇਜ਼ਨ ਲਈ ਤੁਹਾਨੂੰ ਕਰਦਾ ਹੈ ਤਿਆਰ। ਨਾਲ ਹੀ ਅਵੇਲੇਬਲ ਹਨ 24 ਕੈਰਟ 골ਡ coins ਤੇ ਸਪੈਸ਼ਲ ਗਿਫਟਸ। ਅੰਬਾ ਜੁਐਲਰਸ, 3713 74th Street, Jackson Heights, New York. Phone 718-639-2300. ਮੈਂ ਗੁਰਦੀਪ ਸਿੰਘ ਸੰਧੂ, ਤੁਹਾਡਾ ਹੋਮਿਓਪੈਥਿਕ ਕੰਸਲਟੈਂਟ। ਪਿਛਲੇ 26 ਸਾਲ ਹੋਮਿਓਪੈਥਿਕ ਮੈਡੀਕਲ ਕਾਲਜਾਂ ਵਿੱਚ ਪੜ੍ਹਾਉਣ ਤੋਂ ਬਾਅਦ 17 ਸਾਲਾਂ ਤੋਂ ਬੇ ਏਰੀਏ ਵਿੱਚ ਤੁਹਾਡੀ ਸੇਵਾ ਕਰ ਰਿਹਾ ਹਾਂ ਹੋਮਿਓਪੈਥਿਕ ਮੈਡੀਸਿਨ ਤੇ ਟ੍ਰੀਟਮੈਂਟ ਦੇ ਰਾਹੀਂ। ਬੇਸਿਕ ਤੌਰ ਤੇ ਹਰ ਆਦਮੀ ਨੂੰ ਜਾਣਨੀਆਂ ਬੜੀਆਂ ਜ਼ਰੂਰੀ ਨੇ ਕਿ ਹਰ ਬਿਮਾਰੀ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਅਹਿਸਾਸ ਤੋਂ ਹੁੰਦੀ ਹੈ। ਤੁਸੀਂ ਹਰ ਬਿਮਾਰੀ ਦੇ ਸੰਬੰਧ ਵਿੱਚ ਇਹ ਗੱਲਾਂ ਜਾਣ ਸਕੋ ਕਿ ਕੀ ਹੋ ਸਕਦਾ ਹੈ, ਉਹਦੇ ਪਿੱਛੇ ਕਾਰਨ ਕੀ ਹੋ ਸਕਦੇ ਨੇ, ਔਰ ਉਹਨਾਂ ਦਾ ਨਿਵਾਰਨ ਕਿਵੇਂ ਹੋ ਸਕਦਾ ਸੌਖੇ ਤਰੀਕੇ ਦੇ ਨਾਲ, ਤਾਂ ਕਿ ਉਹ ਭਿਆਨਕ ਰੂਪ ਧਾਰਨ ਕਰਨ ਤੋਂ ਪਹਿਲਾਂ ਹੀ ਛੇਤੀ ਤੋਂ ਛੇਤੀ ਉਹ ਠੀਕ ਹੋ ਸਕੇ। ਮੈਂ ਗੁਰਦੀਪ ਸਿੰਘ ਸੰਧੂ, ਤੁਹਾਡਾ ਹੋਮਿਓਪੈਥਿਕ ਕੰਸਲਟੈਂਟ, 1192 ਈਸਟ ਸੈਂਟਾ ਕਲਾਰਾ ਸਟਰੀਟ, ਸਨ ਹੋਜ਼ੇ ਦੇ ਉੱਪਰ। ਮੇਰਾ ਫੋਨ ਨੰਬਰ 4086871899। flymecheap.com। ਹੁਣ ਕਰੋ ਵਰਲਡ ਵਿੱਚ ਕਿਤੇ ਵੀ ਸੈਰ ਡਿਸਕਾਊਂਟਡ 에ਅਰਫੇਅਰ ਪ੍ਰਾਈਸਿਸ ਤੇ। ਸਾਡੇ ਕੋਲ ਮਿਲੇਗੀ ਇਨਫੋਰਮੇਸ਼ਨ ਹਰ ਲੀਡਿੰਗ 에ਅਰਲਾਈਨ ਦੀ ਫਲਾਈਟਸ ਦੀ। 18 ਮਿਲੀਅਨ ਐਕਸਕਲੂਸਿਵ ਫਲਾਈਟ ਡੀਲਸ ਦੁਨੀਆ ਦੇ ਕਿਸੇ ਵੀ ਕੋਨੇ ਲਈ, ਜਿਸ ਵਿੱਚੋਂ ਤੁਸੀਂ ਚੂਜ਼ ਕਰ ਸਕਦੇ ਹੋ ਬੈਸਟ ਫੇਅਰ ਡੀਲ। 24/7 ਕਸਟਮਰ ਸਰਵਿਸ। ਸਾਡੇ ਟੋਲ ਫ੍ਰੀ ਨੰਬਰ ਤੇ 8553594878। विजिट करो सहारा टूर्स एंड ट्रेवल्स, 13222 रॉकवे बुलेवर्ड, साउथ ओजन पार्क, न्यूयॉर्क 11420। Apna Bazaar Cash and Carry, the biggest and the oldest grocery store in the town. For all your daily groceries, fresh produce, fruits and vegetables. More than 12,000 grocery items and produced at competitive prices. Apna Bazaar Cash and Carry. Ample free parking. Apna Bazaar, Edison, New Jersey. ਗਰੁੱਪ, ਤਜਰਬੇਕਾਰ ਵਕੀਲਾਂ ਦੀ ਟੀਮ, ਜਿਨ੍ਹਾਂ ਨੂੰ ਮਹਾਰਤ ਹਾਸਿਲ ਹੈ ਇਮੀਗ੍ਰੇਸ਼ਨ ਇੰਕਲੂਡਿੰਗ ਅਸਾਈਲਮ, ਡਿਪੋਰਟੇਸ਼ਨ, ਡਿਫੈਂਸ, ਫੈਮਿਲੀ, ਐਮਪਲੋਇਮੈਂਟ ਐਂਡ ਇਨਵੈਸਟਮੈਂਟ ਬੇਸਡ ਇਮੀਗ੍ਰੇਸ਼ਨ। ਇੱਥੇ ਹਰ ਤਰ੍ਹਾਂ ਦੇ ਕ੍ਰਿਮੀਨਲ ਕੇਸਿਸ ਜਿਵੇਂ ਵਾਇਲੇਸ਼ਨ, ਟੈਕਸੀ, ਲਿਮੋਜ਼ਿਨ ਕਮਿਸ਼ਨ ਦੇ ਮਾਮਲੇ, ਰੈਜ਼ੀਡੈਂਸ਼ੀਅਲ ਅਤੇ ਕਮਰਸ਼ੀਅਲ ਕਲੋਜ਼ਿੰਗ, ਡਾਈਵੋਰਸ ਕੇਸਿਸ, ਬਿੱਲ ਅਤੇ ਟਰਸਟ ਰਿਲੇਟਡ ਕੇਸਿਸ ਵੀ ਸੋਲਵ ਕੀਤੇ ਜਾਂਦੇ ਨੇ। ਕਲਾਇੰਟਸ ਦੀ ਸੁਵਿਧਾ ਲਈ ਸਾਡੀਆਂ ਬ੍ਰਾਂਚਿਸ ਹਰ ਮੇਜਰ ਟ੍ਰੇਨ ਲਾਈਨਸ ਦੇ ਨਜ਼ਦੀਕ ਹਨ। AJZE 4523। ਅਸੀਂ ਵੀਕਐਂਡ ਅਤੇ ਲੇਟ ਆਰ ਅਪਾਇੰਟਮੈਂਟਸ ਵੀ ਲੈਂਦੇ ਹਾਂ। ਅਸੀਂ ਬੋਲਾਂਗੇ ਤੁਹਾਡੀ ਬੋਲੀ। ਕੰਟੈਕਟ ਕਰਨ ਤੇ ਤੁਹਾਨੂੰ ਮਿਲੇਗਾ ਤੁਰੰਤ ਤਸੱਲੀ ਬਖਸ਼ ਰਿਸਪੌਂਸ। ਕੰਟੈਕਟ ਕਰਨ ਲਈ ਸਾਡੇ ਨੰਬਰਸ ਨੇ 8888247227 ਅਤੇ 9177280049।
ਕੈਲੀਫੋਰਨੀਆ ਦੀਆਂ ਟਰੱਕਿੰਗ ਕੰਪਨੀਆਂ ਵਿੱਚੋਂ ਇੱਕੋ ਇੱਕ ਤਜਰਬੇਕਾਰ ਤੇ ਭਰੋਸੇਯੋਗ ਨਾਮ SNS ਟਰੱਕਿੰਗ, ਜੋ ਪਿਛਲੇ 20 ਸਾਲਾਂ ਤੋਂ ਤੁਹਾਡੀ ਸੇਵਾ ਕਰਦੀ ਆ ਰਹੀ ਹੈ। ਸਾਨੂੰ ਕੈਲੀਫੋਰਨੀਆ ਤੋਂ ਫਲੋਰੀਡਾ ਦੇ ਡੈਡੀਕੇਟਡ ਰਨ ਲਈ ਤਜਰਬੇਕਾਰ ਓਨਰ ਆਪਰੇਟਰਾਂ ਦੀ ਜ਼ਰੂਰਤ ਹੈ। ਲੋਡ ਲਾਉਣ ਤੋਂ ਤੁਰੰਤ ਬਾਅਦ ਆਪਣਾ ਪੇਪਰ ਵਰਕ ਦਫ਼ਤਰ ਵਿੱਚ ਜਮ੍ਹਾਂ ਕਰਵਾਓ ਤੇ ਆਪਣਾ ਚੈੱਕ ਲੈ ਕੇ ਖੁਸ਼ੀ-ਖੁਸ਼ੀ ਆਪਣੇ ਘਰ ਨੂੰ ਜਾਓ। ਵਧੇਰੇ ਜਾਣਕਾਰੀ ਲੈਣ ਲਈ ਕਾਲ ਕਰੋ ਬਾਈ ਜੀ ਨਾਜ਼ਰ ਸਹੋਤਾ ਤੇ ਸਟੀਵ ਢਿੱਲੋਂ ਨੂੰ 559 277 8831 ਉੱਤੇ। The Vedic Store, USA ਦਾ ਲੀਡਿੰਗ ਆਯੁਰਵੈਦਿਕ ਸੁਪਰ ਸਟੋਰ, ਜਿੱਥੇ ਹੁਣ ਅਵੇਲੇਬਲ ਨੇ ਪ੍ਰੋਡਕਟਸ ਬਾਬਾ ਰਾਮਦੇਵ, ਹਿਮਾਲਿਆ, ਬੈਨੀਅਨ ਬੋਟੈਨੀਕਲਸ ਤੇ ਨਾਲ ਹੀ 100% ਆਰਗੈਨਿਕ ਇੰਡੀਅਨ ਫੂਡ। ਵਿਜ਼ਿਟ ਕਰੋ ਆਯੁਰਵੈਦਿਕ ਕੰਸਲਟੇਸ਼ਨ ਲਈ। ਫਾਇਦਾ ਲਓ ਆਯੁਰਵੈਦਿਕ ਰੈਮੇਡੀਜ਼ ਦਾ ਆਪਣੀਆਂ ਹੈਅਰ ਪ੍ਰੋਬਲਮਸ, ਹਾਰਟ, ਵੇਟ, ਜੁਆਇੰਟਸ, ਡਾਇਬੀਟੀਜ਼ ਤੇ ਹੋਰ ਵੀ ਕਈ ਪ੍ਰੋਬਲਮਸ ਲਈ। ਯੋਗਾ ਕਲਾਸਿਸ ਵਿੱਚ ਵੀ ਹਿੱਸਾ ਲਓ। ਕਾਲ ਕਰੋ 7183234892 ਤੇ। ਪਾਓ ਹਰ ਪ੍ਰੋਡਕਟ ਦੀ ਸ਼ਿਪਿੰਗ ਆਪਣੇ ਦਰਵਾਜ਼ੇ ਤੇ। ਅੱਜ ਹੀ ਆਪਣੀ ਸਿਹਤ ਲਈ ਜ਼ਿੰਮੇਵਾਰ ਬਣੋ। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਦਿੱਲੀ ਫਤਿਹ 3 ਮਾਰਚ ਜਿਹੜਾ ਦਿੱਲੀ ਦੀਆਂ ਗਲੀਆਂ ਦੇ ਵਿੱਚ, ਦਿੱਲੀ ਦੇ ਬਾਜ਼ਾਰਾਂ ਦੇ ਵਿੱਚ ਲਾਲ ਕਿਲੇ ਵੱਲ ਵਧੇਗਾ। 1 ਮਾਰਚ ਦੇ ਵਿੱਚ ਸਿੱਖਾਂ ਨੂੰ ਬਤੌਰੇ ਮਕਤੂਲ ਦੇ ਉਹਨਾਂ ਨੂੰ ਕਤਲ ਕੀਤਾ ਗਿਆ, ਉਹਨਾਂ ਦੇ ਸਿਰਾਂ ਨੂੰ ਲਿਜਾਇਆ ਗਿਆ, ਉਹਨਾਂ ਨੂੰ ਦਿੱਲੀ ਦੀਆਂ ਗਲੀਆਂ ਦੇ ਵਿੱਚ ਘੁਮਾਇਆ ਗਿਆ। ਔਰ ਦੂਸਰਾ ਜਲੂਸ, ਦੂਸਰਾ ਫਤਿਹ ਮਾਰਚ 1783 ਵਿੱਚ ਸਰਦਾਰ ਬਘੇਲ ਸਿੰਘ ਨੇ ਕੱਢਿਆ, ਜਦੋਂ ਕਿ ਸ਼ਾਹ ਆਲਮ ਦੇ ਨਾਲ ਮੁਲਾਕਾਤ ਹੋਣੀ ਸੀ। ਉਸ ਤੋਂ ਪਹਿਲੇ ਜੱਸਾ ਸਿੰਘ ਆਹਲੂਵਾਲੀਆ ਔਰ ਸਰਦਾਰ ਬਘੇਲ ਸਿੰਘ ਤੇ ਜੱਸਾ ਸਿੰਘ ਰਾਮਗੜੀਆ ਜਦੋਂ ਇਹ ਸਾਰੇ ਲਾਲ ਕਿਲੇ ਵੱਲ ਵਧੇ ਸੀ। ਹੁਣ ਉਹਨਾਂ ਉਸ ਇਤਿਹਾਸ ਨੂੰ ਮੁੜ ਦੁਹਰਾਉਂਦਿਆਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਔਰ ਜਿਹਦੇ ਵਿੱਚ ਉਹ ਮਾਰਚ ਇੱਕ ਵਾਰ ਫਿਰ ਲਾਲ ਕਿਲੇ ਦੇ ਵਿੱਚ ਆਏਗਾ। ਸਾਡੇ ਨਾਲ ਸਾਹ ਮਨਜਿੰਦਰ ਸਿੰਘ ਸਿਰਸਾ, ਜਨਰਲ ਸਕੱਤਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਹਨ ਔਰ ਜਿਨ੍ਹਾਂ ਦੇ ਅੰਦਰ ਜਜ਼ਬਾ ਔਰ ਉਹਨਾਂ ਦੀ ਸੋਚ ਉਹ ਨਜ਼ਰ ਆਉਂਦੀ ਹੈ ਕਿ ਉਹ ਬਹੁਤ ਕੁਝ ਕਰਨਾ ਚਾਹੁੰਦੇ ਹਨ। ਸਿਰਸਾ ਸਾਹਿਬ, ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਇਸ ਜਿਹੜਾ ਮਾਰਚ ਹੈ, ਇਹ ਜਿਹੜਾ ਮਾਰਚ ਹੈ, ਇਹ ਨਗਰ ਕੀਰਤਨ ਨਹੀਂ ਹੈ, ਇਹ ਦੀਵਾਨ ਨਹੀਂ ਹੈ, ਇੱਕ ਮਾਰਚ ਹੈ ਜਿਹੜਾ ਕਿ ਖਾਲਸੇ ਨੇ ਲਾਲ ਕਿਲੇ ਵੱਲ ਕੀਤਾ, ਉਸ ਨੂੰ ਦੁਹਰਾਇਆ ਜਾਣਾ ਹੈ। ਜਿਵੇਂ 26 ਜਨਵਰੀ ਦੇ ਉੱਤੇ ਜਿਵੇਂ ਉਹ ਪਰੇਡ ਕੱਢਦੇ ਹੈ ਔਰ ਆਪਣੀ ਸਾਰੀ ਜਾਂਬਾਜ਼ੀ ਔਰ ਸਾਰਾ ਕੁਝ ਵਿਖਾਉਂਦੇ ਹੈ, ਇਹਦੀ ਬਣਤਰ ਕਿਵੇਂ ਹੋਏਗੀ? ਇਹਦੇ ਵਿੱਚ ਕਿੰਨਾ ਕੁ ਪੰਥਕਪਣ ਹੋਏਗਾ? ਕੀ ਚੀਜ਼ਾਂ ਹੋਣਗੀਆਂ? ਇਹ ਤੁਸੀਂ ਕਿਵੇਂ ਇਹਦੀ ਪਲੈਨਿੰਗ ਕੀਤੀ ਹੈ? ਦੇਖੋ, ਇਹ ਪਹਿਲਾਂ ਤੁਹਾਨੂੰ ਦੱਸ ਦਈਏ ਕਿਉਂਕਿ ਇਹ ਪਹਿਲੀ ਵਾਰ ਅਸੀਂ ਕਰਨ ਜਾ ਰਹੇ ਹਾਂ। ਇਹ ਕੋਈ ਸਰਕਾਰ ਤੇ ਨਹੀਂ, ਅਸੀਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ, ਔਰ ਸਾਡੀ ਪੂਰੀ ਕੋਸ਼ਿਸ਼ ਹੈ ਕਿ ਇਹਨੂੰ ਬੈਸਟ ਤੋਂ ਬੈਸਟ ਤਰੀਕੇ ਨਾਲ ਡਿਸਪਲੇ ਕੀਤਾ ਜਾਵੇ। ਪਰ ਫਿਰ ਵੀ ਕਈ ਕਮੀਆਂ ਰਹਿ ਜਾਣਗੀਆਂ ਕਿਉਂਕਿ ਪਹਿਲੀ ਵਾਰ ਕਰਨ ਜਾ ਰਹੇ ਹਾਂ ਔਰ ਕੋਈ ਰੂਟ ਦੀ ਪਲੈਨਿੰਗ ਨਹੀਂ ਹੋ ਸਕਦੀ। ਕੋਈ ਫਿਰ ਹਾਲਾਤ ਐਸੇ ਨੇ ਕਿ ਦਿੱਲੀ ਤੋਂ ਪਰਮਿਸ਼ਨ ਲੈਣੀ। ਹੁਣ ਕੱਲ ਦੀ ਆਈਬੀ ਦੀਆਂ ਰਿਪੋਰਟਾਂ ਆਉਣ ਲੱਗ ਪਈਆਂ ਕਿ ਤੁਹਾਨੂੰ ਇਹਦੇ ਤੋਂ ਖਤਰਾ ਹੋ ਸਕਦਾ ਹੈ, ਜਿਹੜੇ ਮੁਸਲਿਮ ਜਿਹੜੀ ਕਮਿਊਨਿਟੀ ਆ ਉਹਨਾਂ ਵੱਲੋਂ ਇਸ ਨੂੰ ਕੋਈ ਬੇਸ਼ਕਾਰ ਕੀਤਾ ਜਾ ਸਕਦਾ ਹੈ। ਇਹੋ ਜਿਹੇ ਵੇਲੇ ਦੇ ਚੱਲਦੇ ਕੋਈ ਇਹਦੀ ਰਿਹਰਸਲ ਨਹੀਂ ਕੀਤੀ ਜਾ ਸਕਦੀ। ਇਸ ਕਰਕੇ ਜੋ ਇਹਦਾ ਰੂਪ ਅਸੀਂ ਬਣਾ ਕੇ ਚੱਲਦੇ ਪਏ ਹਾਂ, ਪਰਮਾਤਮਾ ਕਰੇ ਕਿ ਇਹ ਇਸੇ ਤਰ੍ਹਾਂ ਬਣਿਆ ਰਹੇ ਔਰ ਠੀਕ ਠਾਕ ਪਹੁੰਚ ਜਾਏ। ਅਸੀਂ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰ ਰਹੇ ਹਾਂ ਕਿ ਇਹਦੀ ਅਗਵਾਈ ਤੇ 5 ਪਿਆਰੇ ਹੀ ਕਰਨਗੇ ਜਾਂ ਸਿੰਘ ਸਾਹਿਬਾਨਾਂ ਨੂੰ ਬੇਨਤੀ ਕੀਤੀ ਗਈ ਹੈ, ਜਥੇਦਾਰਾਂ ਨੂੰ, 5 ਸ਼੍ਰੀ ਤਖਤ ਜਥੇਦਾਰਾਂ ਸਾਹਿਬਾਨਾਂ ਨੂੰ, ਔਰ ਉਹਨਾਂ ਚੋਂ ਸਭ ਦੀ ਉਮੀਦ ਆ ਪਹੁੰਚਣ ਦੀ। ਸਾਰੇ ਪਹੁੰਚ ਰਹੇ ਨੇ, ਸਭ ਨੇ ਆਪਣੀ ਕਨਫਰਮੇਸ਼ਨ ਦਿੱਤੀ ਹੈ ਤੇ ਉਹ ਅਗਵਾਈ ਕਰਨਗੇ। ਇਹ ਜਰਨੈਲੀ ਮਾਰਚ ਹੋਊਗੀ ਜਿਹਦੇ ਅੰਦਰ ਆਪਣੇ ਜਥੇਬੰਦੀਆਂ, ਸਿੱਖ ਜਥੇਬੰਦੀਆਂ ਜਿੰਨੀਆਂ ਨੇ, ਜਿਹੜੀਆਂ ਨਿਹੰਗ ਸਿੰਘ ਜਥੇਬੰਦੀਆਂ ਨੇ ਜਾਂ ਹੋਰ ਜਿਹੜੀਆਂ ਸ਼ਸਤਰ ਜਥੇਬੰਦੀਆਂ ਨੇ, ਉਹ ਜਥੇਬੰਦੀਆਂ ਇਹਦੇ ਅੰਦਰ ਹੋਣਗੀਆਂ। ਉਸ ਵੇਲੇ ਦੇ ਜਿਹੜੇ ਪ੍ਰਾਚੀਨ, ਉਸ ਵੇਲੇ ਦੇ ਗੁਰੂ ਸਾਹਿਬਾਨਾਂ ਦੇ ਸ਼ਸਤਰ ਨੇ, ਉਹਨਾਂ ਨੂੰ ਡਿਸਪਲੇ ਕੀਤਾ ਜਾਏਗਾ। ਉਹ ਮਾਰਚ ਅੰਦਰ ਚੱਲਣਗੇ, ਨਾਲ ਹਾਥੀ ਘੋੜੇ ਜਿਹੜੇ ਨੇ ਉਹ ਮਾਰਚ ਅੰਦਰ ਚੱਲਣਗੇ। ਇਹ ਇੱਕ ਜਰਨੈਲੀ ਮਾਰਚ ਹੋਊਗੀ ਜਿਹੜੀ ਰਿਲੀਜੀਅਸ ਇੱਕ ਪ੍ਰੋਫੈਸ਼ਨ ਦੇ ਤਰੀਕੇ ਨਾਲ ਨਹੀਂ ਬਲਕਿ ਜਰਨੈਲੀ ਤਰੀਕੇ ਦੇ ਨਾਲ ਫੌਜੀ ਜਗ੍ਹਾ ਤੋਂ ਚੱਲੂਗੀ, ਜਿੱਥੋਂ ਫੌਜੀ ਮਾਰਚ ਜਿਹੜੀ ਆ, ਜਿੱਥੋਂ ਉਸ ਵੇਲੇ ਚੱਲੇ ਸੀ 30,000 ਤੋਂ, ਜਿੱਥੋਂ ਬਾਬਾ ਬਘੇਲ ਸਿੰਘ ਜੀ ਨੇ ਫੌਜਾਂ ਨੇ ਆ ਕੇ ਰੁਕੀਆਂ ਸੀ ਔਰ ਉੱਥੋਂ ਹਮਲਾ ਸ਼ੁਰੂ ਕੀਤਾ ਸੀ। ਉਸੇ ਜਗ੍ਹਾ ਤੋਂ ਹੀ
ਅਰਦਾਸ ਕਰਕੇ ਚੱਲਣਗੀਆਂ ਇਹ ਜੀ। ਔਰ ਇਹ ਮਾਰਚ ਜਿਹੜੀ ਆ ਟੂਵਰਡਸ ਲਾਲ ਕਿਲੇ ਔਰ ਫਿਰ ਲਾਲ ਕਿਲੇ ਦੇ ਅੰਦਰ ਪਹੁੰਚੂਗੀ। ਲਾਲ ਕਿਲੇ ਤੇ ਇਹਦਾ ਬਹੁਤ ਵੱਡਾ ਭਾਰੀ ਸਵਾਗਤ ਕੀਤਾ ਜਾਊਗਾ ਮਾਰਚ ਦਾ। ਤੇ ਉੱਥੇ ਪਹੁੰਚ ਕੇ ਕੀ ਪ੍ਰੋਗਰਾਮ ਹੈ ਲਾਲ ਕਿਲੇ ਦੇ ਅੰਦਰ? ਉੱਥੇ ਪਹੁੰਚ ਕੇ ਪਹਿਲੇ ਦਿਨ 8 ਤਰੀਕ ਨੂੰ ਤੇ ਟੋਟਲ ਇੱਕ ਰਿਲੀਜੀਅਸ ਫੰਕਸ਼ਨ ਹੀ ਆ ਜਿਹਦੇ ਅੰਦਰ ਕੀਰਤਨ ਦਰਬਾਰ ਰੱਖੇ ਗਏ ਨੇ, ਕਵੀਸ਼ਰਾਂ ਨੂੰ ਬੁਲਾਇਆ ਗਿਆ। ਇਹ ਲਾਲ ਕਿਲੇ ਦੇ ਅੰਦਰ ਰੱਖਿਆ ਗਿਆ? ਲਾਲ ਕਿਲੇ ਦਾ ਬਾਹਰ ਜਿਹੜਾ ਮੈਦਾਨ ਆ, ਜਿਹੜਾ ਗਰਾਊਂਡ ਆ, ਜਿਹਨੂੰ ਪਰੇਡ ਗਰਾਊਂਡ ਕਿਹਾ ਜਾਂਦਾ, ਜਿੱਥੇ ਆ ਕੇ ਰਾਸ਼ਟਰਪਤੀ ਦੀ ਪਰੇਡ, ਜਦੋਂ ਆਪਣੇ ਪ੍ਰਧਾਨ ਮੰਤਰੀ ਜਾ ਕੇ ਝੰਡਾ ਫਹਰਾਉਂਦੇ ਨੇ, ਜਿੱਥੇ ਪਰੇਡ ਹੁੰਦੀ ਆ। ਠੀਕ ਹੈ, ਠੀਕ ਹੈ, ਠੀਕ ਹੈ। ਇਹ ਜਿਹੜਾ ਲਾਲ ਕਿਲੇ ਦਾ ਜਿਹੜਾ ਮੇਨ ਗਰਾਊਂਡ ਆ, ਉਸੇ ਦੇ ਅੰਦਰ ਹੀ ਰੱਖਿਆ ਗਿਆ। ਅੱਛਾ। ਔਰ ਉਸ ਤੋਂ ਬਾਅਦ 9 ਤਰੀਕ ਨੂੰ ਜਿਹੜਾ ਇਹ 9 ਤਰੀਕ ਨੂੰ ਉੱਥੇ ਇਹਦੇ ਤੇ ਇੱਕ ਬਹੁਤ ਵੱਡਾ ਲਾਈਟ ਐਂਡ ਸਾਊਂਡ ਸ਼ੋਅ ਬਣਾਇਆ ਗਿਆ ਹੈ 1 ਘੰਟੇ ਦਾ, ਜਿਹੜਾ ਦਿਖਾਏਗਾ ਕਿ ਕਿਸ ਤਰੀਕੇ ਬਾਬਾ ਜਿਹੜੇ ਸੀਗੇ ਬਘੇਲ ਸਿੰਘ ਜੀ, ਜੱਸਾ ਸਿੰਘ ਆਹਲੂਵਾਲੀਆ, ਰਾਮਗੜੀਆ ਜੀ, ਜੱਸਾ ਸਿੰਘ ਆਹਲੂਵਾਲੀਆ ਜੀ, ਔਰ ਉਹਨਾਂ ਦੀ ਜਰਨੈਲ ਬਾਕੀ ਔਰ ਫੌਜਾਂ ਦਾ ਉਹ ਬਣਾਇਆ ਗਿਆ। ਫਿਰ ਇਸੇ ਤਰ੍ਹਾਂ ਆਪਣੇ ਮਾਰਸ਼ਲ ਆਰਟ ਜਿਹੜਾ ਗੱਤਕਾ ਦੇ ਜਿਹੜੇ ਸਾਡੇ ਉਹ ਵੀ ਉਹਨਾਂ ਦਾ ਵੀ ਦਿਖਾਇਆ ਜਾਏਗਾ ਲੋਕਾਂ ਨੂੰ ਕਿ ਕਿਸ ਤਰੀਕੇ ਨਾਲ ਸਾਡਾ ਆਰਟ ਆ ਉਹਦੇ ਉੱਤੇ। ਇਹ ਸਾਰਾ ਫੰਕਸ਼ਨ ਜਿਹੜਾ ਹੈ ਉਸ ਦਿਨ ਦਾ ਜਿਹੜਾ ਫੰਕਸ਼ਨ ਆ, ਇਹ ਸਾਰਾ ਇੱਕ ਫੌਜੀ ਕਿਸਮ ਦਾ ਫੰਕਸ਼ਨ ਬਣਾਇਆ ਗਿਆ ਹੈ ਤਾਂ ਕਿ ਉਸ ਹਾਲਾਤਾਂ ਨੂੰ ਦਰਸਾਇਆ ਜਾ ਸਕੇ ਕਿ ਉਸ ਵੇਲੇ ਦੇ ਕਿਹੋ ਜਿਹੇ ਹਾਲਾਤ ਸੀ ਔਰ ਉਹਨਾਂ ਹਾਲਾਤਾਂ ਦੇ ਅੰਦਰ ਕਿਸ ਤਰੀਕੇ ਆ ਕੇ ਇਸ ਲਾਲ ਕਿਲੇ ਨੂੰ ਫਤਿਹ ਕੀਤਾ ਗਿਆ ਸੀ। ਜੀ ਜੀ, 9 ਤਰੀਕ ਦਾ ਜਿਹੜਾ ਪ੍ਰੋਗਰਾਮ ਹੈ। ਠੀਕ ਹੈ, ਠੀਕ ਹੈ। ਤੇ ਇਹਦੇ 'ਚ ਕੁਦਰਤੀ ਤੌਰ ਦੇ ਉੱਤੇ ਨੈਚੁਰਲੀ ਜਦੋਂ ਇਹ ਤੁਸੀਂ ਕਰ ਰਹੇ ਹੋ ਤੇ ਪੂਰੀ ਕੌਮ ਦੇ ਵਿੱਚ ਔਰ ਖਾਸ ਕਰਕੇ ਦਿੱਲੀ ਦੇ ਆਮ ਸਿੱਖਾਂ ਦੇ ਵਿੱਚ ਜਾਂ ਦੂਸਰੇ ਲੋਕਾਂ 'ਚ ਉਤਸ਼ਾਹ ਤਾਂ ਹੋਣਾ ਜ਼ਰੂਰੀ ਹੈ, ਲਾਜ਼ਮੀ ਹੈ। ਤੁਹਾਨੂੰ ਕਿੱਦਾਂ ਦਾ ਇਹਦਾ ਫੀਡਬੈਕ ਮਿਲ ਰਹੀ ਹੈ ਆਮ ਸੰਗਤ ਦੇ ਵਿੱਚੋਂ ਜਾਂ ਦੂਸਰੇ ਜਿਹੜੇ ਕਮਿਊਨਿਟੀ ਦੇ ਵਿੱਚੋਂ ਵੀ? ਦੇਖੋ, ਜਿਵੇਂ ਤੁਸੀਂ ਥੋੜੀ ਦੇਰ ਪਹਿਲਾਂ ਗੱਲ ਕੀਤੀ ਸੀ ਕਿ ਇਸ ਇਤਿਹਾਸ ਦੀ ਚਰਚਾ ਕੇਵਲ ਹਰੀਦਾਸ ਗੁਪਤਾ ਜੀ ਨੇ ਕੀਤੀ। ਜੀ, ਹਰੀਰਾਮ ਗੁਪਤਾ ਜੀ। ਉਹਨਾਂ ਦੇ ਇਲਾਵਾ ਕਿਸੇ ਨੇ ਇਸ ਇਤਿਹਾਸ ਦੀ ਚਰਚਾ ਨਹੀਂ ਕੀਤੀ। ਹੁਣ ਵੀ ਅਸੀਂ ਇਸ ਇਤਿਹਾਸ ਨੂੰ ਲਿਖਾਉਣ ਵਾਸਤੇ, ਮੈਂ ਉਹਨਾਂ ਦੇ ਨਾਮ ਨਹੀਂ ਲੈਂਦਾ, ਪਰ ਹਿੰਦੁਸਤਾਨ ਦੀਆਂ 2-4 ਪਰ ਕਿਸੇ ਨੇ ਵੀ ਇਹਦਾ ਹੰਗੂਰਾ ਨਹੀਂ ਭਰਿਆ ਕਿ ਜੀ ਅਸੀਂ ਮੇਰੀ ਨਜ਼ਰ ਕਮਜ਼ੋਰ ਹੋ ਗਈ ਜੀ, ਅੱਜ ਕੱਲ ਮੈਂ ਲਿਖਦਾ ਨਹੀਂ ਜੀ, ਮੇਰੀ ਆਹ ਪ੍ਰੋਬਲਮ ਆ, ਮੇਰੀ ਉਹ। ਮਕਸਦ ਕੀ ਸੀਗਾ ਵੀ ਕੋਈ ਵੀ ਸਾਡੀ ਇਸ ਗੱਲ ਨੂੰ ਸਹੀ ਮਾਇਨਿਆਂ ਦੇ ਅੰਦਰ ਅਥੈਂਟੀਕੇਟ ਨਹੀਂ ਕਰਨਾ ਚਾਹੁੰਦਾ, ਕਿਉਂਕਿ ਅਸੀਂ ਆਪ ਹੀ ਜਦੋਂ ਭੁਲਾਤਾ ਤੇ ਹੁਣ ਲੋਕ ਸਾਨੂੰ ਕਿਉਂ ਚਿੱਤੇ ਕਰਾਉਣੇ ਇਸ ਚੀਜ਼ ਨੂੰ। ਜੀ 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 ਜੀ। ਇਸ ਕਰਕੇ ਆਪਣੇ ਲੋਕਾਂ ਦਾ ਉਤਸ਼ਾਹ ਦੇ ਅੰਦਰ ਕੋਈ ਕਮੀ ਨਹੀਂ। ਬਾਕੀ ਲੋਕਾਂ ਦੇ ਨੂੰ ਜਦੋਂ ਪਤਾ ਲੱਗੂਗਾ, ਜਿਵੇਂ ਜਿਵੇਂ ਅਸੀਂ ਆਪਣੇ ਇਤਿਹਾਸ ਨੂੰ ਦੱਸਾਂਗੇ, ਤੇ ਨਿਸ਼ਚਿਤ ਤੌਰ ਤੇ ਆਉਣ ਵਾਲੇ ਸਮੇਂ ਦੇ ਅੰਦਰ ਤੇ ਜ਼ਰੂਰ ਉਹਨਾਂ ਦੇ ਅੰਦਰ ਉਤਸ਼ਾਹ ਹੋਊਗਾ। ਪਰ ਅੱਜ ਕਹੀਏ ਕਿ ਉਹਨਾਂ ਦਾ ਉਤਸ਼ਾਹ ਤੇ ਮੈਂ ਸਮਝਦਾ ਕਿ ਬਹੁਤ ਠੀਕ ਗੱਲ ਨਹੀਂ ਹੋਊਗੀ। ਅੱਜ ਦੀ ਡੇਟ ਅੰਦਰ ਉਹਨਾਂ ਲੋਕਾਂ 'ਚ ਕੋਈ ਉਤਸ਼ਾਹ ਨਹੀਂ, ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਕਿ ਅਸੀਂ ਕੀਤਾ ਕੀ ਸੀਗਾ। ਹਾਂਜੀ ਹਾਂਜੀ ਹਾਂਜੀ, ਬਿਲਕੁਲ। ਆਪਣੇ ਲੋਕਾਂ 'ਚ ਉਤਸ਼ਾਹ, ਔਰ ਹੌਲੀ ਹੌਲੀ ਜਦੋਂ ਅਸੀਂ ਉਹਨਾਂ ਨੂੰ ਲੋਕਾਂ ਨੂੰ ਇਹ ਗੱਲ ਨੂੰ ਜਤਾਵਾਂਗੇ, ਜਿਵੇਂ ਮੈਂ ਪਹਿਲਾਂ ਵੀ ਕਹਿੰਦਾ ਆ ਰਿਹਾ ਸੀ ਕਿ ਦੇਖੋ ਅੱਜ ਪਹਿਲਾਂ ਆਪਾਂ ਇਹ ਪ੍ਰੋਗਰਾਮ ਕਰਾਂਗੇ, ਉਸ ਤੋਂ ਬਾਅਦ ਇਹ ਸਰਕਾਰ ਨੂੰ ਮਨਾਵਾਂਗੇ ਕਿ ਹਾਂ ਇਹ ਸਾਡਾ ਇਸ ਲਾਲ ਕਿਲੇ ਦੇ ਅੰਦਰ ਬਹੁਤ ਵੱਡਾ ਹਿੱਸਾ ਔਰ ਸਾਡਾ ਰੋਲ ਹੈ ਇਸ ਸਾਲ ਦੇ। ਫਿਰ ਲਾਲ ਕਿਲੇ ਦੇ ਇਤਿਹਾਸ, ਸਾਡਾ ਇਤਿਹਾਸ ਦਿਖਾਵਾਂਗੇ। ਜੇ ਪਹਿਲਾ ਇਤਿਹਾਸ ਲਿਖਾਉਣ ਤੁਰੇ ਜਾਂਦੇ ਤਾਂ ਕੋਈ ਸਾਡੇ ਇਤਿਹਾਸ ਨਾਲ ਲਿਖਣ ਨੂੰ ਕੌਣ ਬਣਨ ਦਊਗਾ? ਉੱਥੇ ਕੋਈ ਲਾਗੇ ਨਹੀਂ ਲੱਗਣ ਦੇਣਾ ਕਿਸੇ ਨੇ। ਬਿਲਕੁਲ। ਇਸ ਤਰੀਕੇ ਨਾਲ ਪਹਿਲਾਂ ਆਪਣੀ ਉੱਥੇ ਤੁਹਾਨੂੰ ਪ੍ਰੈਜ਼ੈਂਸ ਦਿਖਾਉਣੀ ਪਊਗੀ, ਫਿਰ ਆਪਣੇ ਆਪ ਨੂੰ ਜੋੜਨਾ ਪਊਗਾ ਦੁਬਾਰਾ ਤੋਂ ਉਸ ਇਤਿਹਾਸ ਨਾਲ। ਜੋੜਨ ਤੋਂ ਬਾਅਦ ਲੋਕਾਂ ਨੂੰ ਇਹ ਯਾਦ ਕਰਾਉਣਾ ਪਊਗਾ। ਫਿਰ ਹੌਲੀ ਹੌਲੀ ਲੋਕ ਜਿਹੜੇ ਇਸ ਚੀਜ਼ ਨੂੰ ਮੰਨਣ ਲੱਗ ਪੈਂਦੇ ਨੇ ਕਿ ਤੁਹਾਨੂੰ ਹੌਲੀ ਹੌਲੀ ਮਨਾਉਣਾ ਪੈਂਦਾ ਲੋਕਾਂ ਨੂੰ ਇੱਕ ਹਾਲਾਤਾਂ ਦੇ ਨਾਲ ਕਿ ਤੁਸੀਂ ਇੱਕਦਮ ਧੱਕੇ ਨਾਲ ਜਾ ਕੇ ਉਹਨਾਂ ਦੇ ਪਾ ਦੋਗੇ ਦਿਮਾਗ ਦੇ ਅੰਦਰ, ਗੱਲ ਕੋਈ ਨਹੀਂ ਕਿਸੇ ਦੀ ਪੈਂਦੀ। ਕਿਉਂਕਿ ਦੇ ਵੀ ਨਹੀਂ ਪੈਂਦੀ ਤੇ ਲੋਕਾਂ ਦੇ ਵੀ ਨਹੀਂ ਪੈਂਦੀ। ਜੀ ਸਿਰਸਾ ਜੀ, ਇਹਦੇ 'ਚ ਜਿਹੜੀ ਸਭ ਤੋਂ ਵੱਡੀ ਚੀਜ਼ ਜਿਹੜੀ ਦੱਸਣ ਵਾਲੀ ਜ਼ਰੂਰ ਹੋਏਗੀ ਕਿ ਕਿਸ ਤਰੀਕੇ ਦੇ ਨਾਲ ਗੁਰਦੁਆਰਿਆਂ ਦੀ ਕੰਸਟਰਕਸ਼ਨ ਕਰਾਏਗੀ, ਤਾਮੀਰ ਕਰਾਏਗੀ, ਕਿਵੇਂ ਰਕਾਬਗੰਜ ਸਾਹਿਬ ਦੀ, ਸੀਸਗੰਜ ਸਾਹਿਬ ਦੀ, ਔਰ ਉਸ ਦੇ ਬਾਅਦ ਫਿਰ ਜਦੋਂ ਕਿ ਇਹ ਗੁਰਦੁਆਰੇ ਫਿਰ ਦੁਬਾਰਾ ਢਾਹ ਦਿੱਤੇ ਗਏ, ਸੀਸਗੰਜ ਸਾਹਿਬ ਨੂੰ ਫਿਰ ਦੁਬਾਰਾ ਕਿਸ ਤਰੀਕੇ ਦੇ ਨਾਲ ਪ੍ਰੀਵੀ ਕਾਉਂਸਲ ਤੋਂ ਫੈਸਲਾ ਹੋਇਆ, ਜਿਹੜੇ ਜੀਂਦ ਦੇ ਮਹਾਰਾਜਾ ਸਰੂਪ ਸਿੰਘ ਸਨ ਔਰ ਰਣਬੀਰ ਸਿੰਘ ਸਨ, ਉਹਨਾਂ ਨੇ ਕਿ ਆਪਣੇ ਇਵਜ਼ਾਨੇ ਦੇ ਆਪਣੇ ਇਨਾਮ ਦੇ ਕਥਾ ਕੀਰਤਨ ਵਿਖਿਆਨ ਦੀ ਬਹੁਤ ਲੋੜ ਹੈ। ਪਰ ਇਹ ਸ਼ਾਇਦ ਉਪਰਾਲਾ ਤੁਸੀਂ ਪਹਿਲੀ ਵਾਰੀ ਕਰ ਰਹੇ ਹੋ ਕਿ ਉਹਨਾਂ ਇਤਿਹਾਸਕ ਘਟਨਾਵਾਂ ਨੂੰ ਜ਼ਿੰਦਾ ਕੀਤਾ ਜਾਏ ਤਾਂ ਕਿ ਗੁਰਦੁਆਰਿਆਂ ਨੂੰ ਬਣਾਉਣਾ ਔਰ ਉਸ ਨੂੰ ਕਾਇਮ ਰੱਖਣਾ, ਇਹ ਚੀਜ਼ ਅਗਰ ਭਾਵਨਾ ਪੈਦਾ ਹੋ ਸਕੇ ਤਾਂ ਬੜੀ ਵੱਡੀ ਗੱਲ ਹੋਏਗੀ। ਸੋ ਤੁਹਾਡਾ ਬਹੁਤ ਜੀ 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 ਸੌਰੀ ਹਾਂਜੀ ਹਾਂਜੀ ਦੱਸੋ।
ਮੈਂ ਕਿਹਾ ਜੀ ਉਸ ਵੇਲੇ ਦੇ ਹਾਲਾਤਾਂ 'ਚ ਤੁਸੀਂ ਦੇਖੋ ਕਿ ਰਾਜ ਲੈ ਕੇ ਵੀ ਤੇ ਫਿਰ ਵੀ ਜਿਹੜਾ ਸੀਗਾ ਧਾਰਮਿਕ ਪ੍ਰਵਿਰਤੀ ਰਹੀ, ਉਹ ਸੋਚ ਰਹੀ ਕਿ ਨਹੀਂ ਅਸੀਂ ਤੇ ਆਪਣੇ ਗੁਰਦੁਆਰਾ ਸਾਹਿਬਾਂ ਦੀ ਸੰਭਾਲ ਕਰਨੀ ਆ। ਇੰਨਾ ਵੱਡਾ ਰਾਜ ਲੈ ਕੇ ਵੀ ਤੇ ਉਸ ਰਾਜ ਦੇ ਪ੍ਰਤੀ ਉਹਨਾਂ ਦੀ ਐਸੀ ਆਕਰਸ਼ਣ ਨਹੀਂ ਸੀ ਕਿ ਹਾਂ ਹੁਣ ਅਸੀਂ ਰਾਜ ਦੀ ਗੱਦੀਆਂ ਮਿਲ ਗਈਆਂ ਤੇ ਇਸ ਰਾਜ ਤੇ ਆ ਕੇ ਬਹਿ ਜਾਈਏ। ਇੰਨੀਆਂ ਵੱਡੀਆਂ ਕੁਰਬਾਨੀਆਂ ਦੇਣ ਦੇ ਬਾਅਦ ਵੀ ਫਿਰ ਜੇ ਆਪਣੀ ਤਵੱਜੋ ਦਿੱਤੀ, ਮਹੱਤਵਤਾ ਦਿੱਤੀ ਤੇ ਉਹ ਦਿੱਤੀ ਗੁਰੂ ਘਰਾਂ ਦੀ ਸੇਵਾ ਨੂੰ। ਐਸਾ ਜਜ਼ਬਾ ਜਿਹੜਾ ਸੀ ਇਸ ਕੌਮ ਦੇ ਅੰਦਰ ਸੀ ਜਿਹਨੂੰ ਆਪਾਂ ਬਿਲਕੁਲ ਭੁਲਾ ਚੁੱਕੇ ਸੀਗੇ। ਸੋ ਸਾਡੀ ਕੋਸ਼ਿਸ਼ ਆ ਕਿ ਇਹ ਸਾਡੇ ਖਾਲੀ ਸਿੱਖਾਂ ਨੂੰ ਹੀ ਨਹੀਂ, ਬਾਕੀ ਧਾਰਮਿਕ ਦੇ ਲੋਕਾਂ ਨੂੰ ਇਹ ਪਤਾ ਲੱਗੇ ਕਿ ਕਿਸ ਤਰ੍ਹਾਂ ਸਿੱਖ ਕੌਮ ਦੇ ਜਰਨੈਲ ਜਿਹੜੇ ਸੀ, ਉਹ ਜਦੋਂ ਜਰਨੈਲ ਹੁੰਦਿਆਂ ਵੀ ਕਿੰਨੇ ਧਾਰਮਿਕ ਪ੍ਰਵਿਰਤੀ ਦੇ ਔਰ ਕੈਸੀ ਸੋਚ ਸੀ ਉਹਨਾਂ ਦੀ ਕਿ ਆਪਣੇ ਧਰਮ ਤੋਂ ਕਦੀ ਅਡੋਲੇ ਨਹੀਂ ਔਰ ਧਰਮ ਦੇ ਪਿੱਛੇ ਰਾਜ ਨੂੰ ਛੱਡਤਾ ਪਰ ਰਾਜ ਦੇ ਪਿੱਛੇ ਕਦੀ ਧਰਮ ਨੂੰ ਨਹੀਂ ਛੱਡਿਆ। ਇਹ ਸਾਡੀ ਕੌਮ ਦਾ ਵਿਰਸਾ ਹੈ ਔਰ ਇਹ ਸਾਡੀ ਕੌਮ ਦਾ ਇਤਿਹਾਸ ਆ। ਇਹ ਗੌਰਵਮਈ ਇਤਿਹਾਸ ਅਸੀਂ ਕੋਸ਼ਿਸ਼ ਕਰਾਂਗੇ ਲੋਕਾਂ ਤੱਕ ਪਹੁੰਚਾਉਣ ਦੀ। ਮੈਂ ਸਿਰਸਾ ਜੀ, ਇਹ ਜੋ ਉਸ ਵੇਲੇ ਦੇ ਜੋ ਨਗਰ ਜਿਹੜਾ ਉਸ ਵੇਲੇ ਮਾਰਚ ਹੋਇਆ, ਜਦੋਂ ਸਰਦਾਰ ਬਘੇਲ ਸਿੰਘ ਦੀ ਇਤਿਹਾਸ ਦੇ ਪੰਨਿਆਂ ਤੇ ਅੰਕਿਤ ਹੈ, ਜਦੋਂ ਉਹਨਾਂ ਦੀ ਸ਼ਾਹ ਆਲਮ ਦੇ ਨਾਲ ਮੁਲਾਕਾਤ ਹੋਈ, ਉਹਦੇ ਵਿੱਚ ਦੋ ਘਟਨਾਵਾਂ ਸਾਡੇ ਲਈ ਬੜੀਆਂ ਪ੍ਰੇਰਨਾਦਾਇਕ ਹੈ। ਅਸੀਂ ਸ਼ਾਇਦ ਉਹਨਾਂ ਨੂੰ ਭੁੱਲ ਚੁੱਕੇ ਹਾਂ। ਉਹਨਾਂ ਦਾ ਇਹ ਕਹਿਣਾ ਸੀ ਪੁਰਾਣੇ ਸਿੰਘਾਂ ਦਾ ਕਿ ਜਿਹੜੀ ਕਿਰਪਾਨ ਹੈ ਇਹ ਗੁਰੂ ਦੀ ਕਿਰਪਾਨ ਹੈ। ਹਰ ਪ੍ਰੋਫੈਸਰ ਪੂਰਨ ਸਿੰਘ ਨੇ ਵੀ ਲਿਖਿਆ। ਸੋ ਜਦੋਂ ਉਹਨਾਂ ਦੀ ਮੁਲਾਕਾਤ ਸ਼ਾਹ ਆਲਮ ਦੇ ਨਾਲ ਹੁੰਦੀ ਹੈ, ਉਹਨਾਂ ਨੇ ਕਿਰਪਾਨ ਨਹੀਂ ਇੱਕ ਦੂਜੇ ਨੂੰ ਦਿੱਤੀ, ਉਹਨਾਂ ਨੇ ਤੀਰ ਇੱਕ ਦੂਜੇ ਨਾਲ ਐਕਸਚੇਂਜ ਕੀਤੇ। ਨਾ ਤਾਂ ਉਹਨਾਂ ਨੇ ਪਗੜੀ ਕਿਸੇ ਨੂੰ ਦਿੱਤੀ ਤੇ ਨਾ ਹੀ ਉਹਨਾਂ ਨੇ ਆਪਣੀ ਕਿਰਪਾਨ ਦਿੱਤੀ। ਇਹ ਦਸਤਾਰ ਤੇ ਕਿਰਪਾਨ ਜਿਹੜੀ ਹੈ ਖਾਲਸੇ ਦਾ ਚਿੰਨ੍ਹ ਹੈ, ਇਹ ਕਿਸੇ ਨੂੰ ਨਹੀਂ ਦਿੱਤਾ ਜਾ ਸਕਦਾ, ਭਾਵੇਂ ਗਿਫਟ ਕਹਿ ਲਓ ਜਾਂ ਸਰੋਪਾ ਕਹਿ ਲਓ। ਸ਼ਾਇਦ ਇਹ ਇੱਕ ਬੜਾ ਵੱਡਾ ਸੁਨੇਹਾ ਜਿਹੜਾ ਸੀ। ਔਰ ਦੂਸਰੀ ਚੀਜ਼ ਜਿਹੜੀ ਸਭ ਤੋਂ ਵੱਡੀ ਹੈ, ਜਦੋਂ ਉਹ ਦਰਬਾਰ ਦੇ ਵਿੱਚ ਗਏ, ਉਹਨਾਂ ਨੇ ਇਹ ਪਹਿਲੇ ਹੀ ਕਹਿ ਦਿੱਤਾ ਸੀ ਅਸੀਂ ਸਲਾਮ ਨਹੀਂ ਕਰਾਂਗੇ। ਉਹਨਾਂ ਨੇ ਜਾ ਕੇ ਵਾਹਿਗੁਰੂ ਜੀ ਕੀ ਫਤਿਹ ਗਜਾਈ ਸੀ। ਇਹ ਇਤਿਹਾਸ ਦੇ ਵਿੱਚ ਅੰਕਿਤ ਹੈ। ਸੋ ਇਹ ਸਾਰੀਆਂ ਜਿਹੜੀਆਂ ਛੋਟੀਆਂ ਘਟਨਾਵਾਂ ਜਿਹੜੀਆਂ ਪ੍ਰੇਰਨਾਦਾਇਕ ਹੈ, ਜੇ ਤੁਸੀਂ ਇਹਨਾਂ ਸਾਰਿਆਂ ਨੂੰ ਉਜਾਗਰ ਕਰਕੇ ਆਉਣ ਵਾਲੇ ਸ਼ਾਇਦ ਸਾਡੇ ਸੋਚ ਵਿੱਚ ਅਗਰ ਕੋਈ ਤਬਦੀਲੀ ਆ ਸਕੇ ਤੇ ਬੜੀ ਵੱਡੀ ਗੱਲ ਹੋਏਗੀ। ਤੋ ਤੁਸੀਂ ਇਹਦੇ ਬਾਰੇ ਕੁਝ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ? ਨਹੀਂ, ਸਾਡੀ ਪੂਰੀ ਕੋਸ਼ਿਸ਼ ਰਹੇਗੀ ਜੀ। ਅਸੀਂ ਇਹੀ ਦੱਸ ਰਹੇ ਕਿ ਇਹ ਜਿਹੜਾ ਇਤਿਹਾਸ ਸੀਗਾ ਇਹਨੂੰ ਵਾਪਸ ਪੁਰਜੀਵਿਤ ਕਰਨਾ ਬਹੁਤ ਜ਼ਰੂਰੀ ਆ। ਔਰ ਐਸੀਆਂ ਇਤਿਹਾਸ ਦੀਆਂ ਔਰ ਐਸੀਆਂ ਪੰਨੇ ਜਿਹੜੇ ਨੇ ਜਿਨ੍ਹਾਂ ਨੂੰ ਸੁਣਨ ਤੋਂ ਬਾਅਦ ਜੇਕਰ ਸਾਡੇ ਆਪਣੇ ਮਨ ਦੇ ਅੰਦਰ ਸਾਡਾ ਆਪਣਾ ਦ੍ਰਿੜ ਵਿਸ਼ਵਾਸ ਏਡਾ ਮਜ਼ਬੂਤ ਹੋ ਜਾਂਦਾ, ਅਸੀਂ ਆਪਣੇ ਆਪ ਨੂੰ ਇੱਕ ਵੱਖਰੇ ਰੂਪ ਅੰਦਰ ਦੇਖਣ ਲੱਗ ਪੈਂਦੇ ਵੀ ਅੱਛਾ ਅਸੀਂ ਸਾਡੀ ਪਿਛੋਕੜ ਇਹ ਅਸੀਂ ਇਸ ਤਰੀਕੇ ਦੇ ਹਾਂ। ਸੋ ਆਹ ਦੂਜੀਆਂ ਕੌਮਾਂ ਦੇ ਉੱਤੇ ਦਾ ਕਿੰਨਾ ਵੱਡਾ ਅਸਰ ਹੁੰਦਾ ਹੋਊਗਾ ਇਹ ਸਮਝਣ ਦੀ ਲੋੜ ਆ। ਔਰ ਅਸੀਂ ਇਹਨੂੰ ਇੱਕ ਬਰੀਕੀ ਨਾਲ ਜਾ ਕੇ ਇਹਦੀ ਇੱਕ ਜਿਹੜਾ ਇਤਿਹਾਸ ਦੀ ਇੱਕ ਛੋਟੀ ਘਟਨਾ ਵੀ ਜਿਹੜੀ ਆ ਉਹਨੂੰ ਵੀ ਅਸੀਂ ਉਜਾਗਰ ਕਰਕੇ ਇਸੇ ਤਰ੍ਹਾਂ ਦਿੱਲੀ ਦੇ ਵਾਸਤੇ ਅਸੀਂ ਇੱਕ ਕਿਤਾਬ ਪ੍ਰਿੰਟ ਕਰ ਰਹੇ ਹਾਂ, ਜਿਹੜੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਸਮਰਪਿਤ ਕਰ ਰਹੀ ਆ ਇਸ 231ਵੀਂ ਫਤਿਹ ਦਿਵਸ ਨੂੰ। ਕਿਉਂਕਿ ਅੱਜ ਤੋਂ ਪਹਿਲਾਂ ਤੇ ਮਨਾਇਆ ਨਹੀਂ ਗਿਆ ਸੀ, ਪਰ ਇਹ ਵਰ੍ਹੇਗੰਢ ਜਿਹੜੀ ਆ ਹਰ ਸਾਲ ਹੁਣ ਮਨਾਈ ਜਾਊਗੀ। ਔਰ ਉਹਦੇ ਵਾਸਤੇ ਇੱਕ ਬਹੁਤ ਬਿਹਤਰੀਨ ਕਿਤਾਬ ਨੂੰ ਪ੍ਰਿੰਟ ਕੀਤਾ ਜਾ ਰਿਹਾ, ਜਿਹਦੇ ਅੰਦਰ ਇਹ ਸਾਰੇ ਇਤਿਹਾਸ ਨੂੰ ਛੋਟੀਆਂ ਬਰੀਕੀ ਦੇ ਨਾਲ ਇਸ ਇਤਿਹਾਸ ਨੂੰ ਲੈ ਕੇ ਆਂਦਾ ਜਾਊਗਾ, ਤਾਂ ਕਿ ਸਾਡੇ ਨਾਲ ਬਾਕੀ ਔਰ ਇਹਨੂੰ ਇੰਗਲਿਸ਼ ਅੰਦਰ ਵੀ ਟਰਾਂਸਲੇਟ ਕੀਤਾ ਗਿਆ, ਇੰਗਲਿਸ਼ ਅੰਦਰ ਵੀ ਇਹਦੀ ਪ੍ਰਿੰਟ ਕਾਪੀ ਲਈ ਗਈ ਆ, ਤਾਂ ਕਿ ਬਾਕੀ ਲੋਕਾਂ ਨੂੰ ਵੀ ਇਸ ਦੀ ਜਾਣਕਾਰੀ ਮਿਲੇ ਕਿਉਂ ਇਹ ਜ਼ਰੂਰੀ ਵੀ ਆ ਔਰ ਕਿਉਂ ਇਹ ਮਨਾਇਆ ਜਾ ਰਿਹਾ ਔਰ ਕਿਉਂ ਅੱਗੇ ਮਨਾਇਆ ਜਾਂਦਾ ਰਹਿਣਾ ਚਾਹੀਦਾ ਹੈ, ਤਾਂ ਕਿ ਕੌਮ ਦੇ ਉੱਤੇ ਜਦੋਂ ਕੋਈ ਖਾਲਸੇ ਨੂੰ ਦੇਖੇ, ਜਦੋਂ ਕੋਈ ਸਿੱਖ ਨੂੰ ਦੇਖੇ, ਉਹਦੀ ਭਾਵਨਾ ਜਿਹੜੀ ਆ ਬਿਲਕੁਲ ਅਲੱਗ ਕਿਸਮ ਦੀ ਹੋਵੇ। ਉਹਨੂੰ ਯਾਦ ਆ ਜੇ ਸਾਰਾ ਇਤਿਹਾਸ ਕਿ ਕਿਉਂ ਇਹਨੇ ਦਸਤਾਰ ਸਜਾਈ ਆ ਔਰ ਕਿਉਂ ਇਹਦੀ ਦਸਤਾਰ ਦੇ ਅੱਗੇ ਮੈਨੂੰ ਨਮਨ ਹੋਣਾ ਚਾਹੀਦਾ ਹੈ। ਇਸ ਗੱਲ ਵਾਸਤੇ ਮਜਬੂਰ ਹੋ ਜੇ ਕਰਨ ਵਾਸਤੇ ਐਸੇ ਇਤਿਹਾਸ ਦੀਆਂ ਜਿਹੜੇ ਪੰਨੇ ਨੇ ਉਹਨਾਂ ਨੂੰ ਅਸੀਂ ਲਿਆ ਕੇ ਵਾਪਸ ਰੀਫਰੇਮ ਕਰਕੇ ਤੇ ਆਮ ਲੋਕਾਂ ਦੇ ਵਿੱਚ ਇਹਨੂੰ ਲੈ ਕੇ ਆ ਰਹੇ ਹਾਂ। ਇਹੀ ਨਹੀਂ, ਇਹਦੇ ਇਲਾਵਾ ਜਿਵੇਂ ਮੈਂ ਤੁਹਾਨੂੰ ਦੱਸਿਆ ਬਾਕੀ ਵੀ ਜਿੰਨੀਆਂ ਵੀ ਸਾਡੀਆਂ ਗੌਰਵਮਈ ਇਤਿਹਾਸ ਦੀਆਂ ਘਟਨਾਵਾਂ ਨੇ ਸਭ ਨੂੰ ਪੁਰਜੀਵਿਤ ਕੀਤਾ ਜਾਊਗਾ। ਔਰ ਆਉਣ ਵਾਲੇ ਸਮੇਂ ਦੇ ਅੰਦਰ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਪੂਰੀ ਕੋਸ਼ਿਸ਼ ਰਹੂਗੀ ਕਿ ਨਿੱਜੀ ਮਵਾਦਾਂ ਤੋਂ ਉੱਪਰ ਉੱਠ ਕੇ ਕੇਵਲ ਔਰ ਕੇਵਲ ਪੋਜ਼ਿਟਿਵ ਕੰਮ ਕੀਤੇ ਜਾਣ, ਐਸੇ ਕੰਮ ਕੀਤੇ ਜਾਣ ਜਿਹਦੇ ਨਾਲ ਨਾ ਕੇਵਲ ਆਪਣਾ ਬਲਕਿ ਦੂਜੇ ਲੋਕਾਂ ਨੂੰ ਵੀ, ਦੇਸ਼ ਦੇ ਲੋਕਾਂ ਨੂੰ ਵੀ ਸਾਡੇ ਤੇ ਮਾਣ ਪ੍ਰਾਪਤ ਹੋਵੇ। ਸਾਡੀ ਪੂਰੀ ਕੋਸ਼ਿਸ਼ ਰਹੂਗੀ। ਠੀਕ ਹੈ, ਬਹੁਤ ਤੁਹਾਨੂੰ ਮੁਬਾਰਕ ਇਹ ਉਪਰਾਲਾ ਕਰਨ ਲਈ ਔਰ ਇਸ ਦੇ ਲਈ ਗੁਰੂ ਕਿਰਪਾ ਕਰੇ। ਜਿਸ ਮਕਸਦ ਨਾਲ ਤੁਸੀਂ ਕਰ ਰਹੇ ਹੋ ਉਹ ਜ਼ਰੂਰ ਚੜ੍ਹਦੀ ਕਲਾ ਦਾ ਮਕਸਦ ਪੂਰਾ ਹੋਏ। ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਦਰਸ਼ਕੋ, ਇਹ ਸਨ ਸਾਹਿਬ ਮਨਜਿੰਦਰ ਸਿੰਘ ਸਿਰਸਾ ਤੇ ਸਮਾਂ ਹੈ ਇੱਕ ਛੋਟੇ ਜਿਹੇ ਵਕਫੇ ਦਾ। ਉਸ ਤੋਂ ਬਾਅਦ ਮੁੜ ਹਾਜ਼ਰ ਹੁੰਨੇ ਹਾਂ ਔਰ ਜੇ ਕੋਈ ਤੁਸੀਂ ਆਪਣਾ ਸੁਨੇਹਾ ਦੇਣਾ ਚਾਹੋ ਜ਼ਰੂਰ ਸਟੂਡੀਓ ਦੇ ਨੰਬਰਾਂ ਤੇ ਦੇਣ ਦੀ ਕਿਰਪਾ ਕਰੋ। चाय
ये सब तुम शाही पुलाव के लिए कर रहे हो ना? बना दो ना प्लीज। 49 साल से रोज यही तो खा रहे हो। श्री लाल महल है तो 49 साल कट गए, वरना 49 दिन भी काटने मुश्किल होते। जाओ, नहीं बनाती मैं तुम्हारा शाही पुलाव। बना दो ना प्लीज डार्लिंग। 49 के 50 भी तो करने हैं। गोल्डन जुबिली मनानी है ना। खुशबूदार लंबे दाने वाला श्री लाल महल एम्पायर बासमती राइस। दादी, वाओ, शाही पुलाव। लगता है इस बार दादाजी अपनी एनिवर्सरी नहीं भूले। क्यों? बिल्कुल नहीं भूला। श्री लाल महल एम्पायर बासमती राइस, खिले खिले दाने, खिले खिले आप। Sahil, America's favorite fashion store. Visit our showroom in Chicago and New Jersey or online at sahil.com. अपने देश की सभ्यता, अपने ही लोग, अपनी मातृभूमि आपके पास लाते हुए, अपने देश की हर ग्रोसरी आपका अपना बाजार। Apna Bazaar, cash and carry, with locations in New York and New Jersey. The latest Apna Bazaar location and the largest Indian grocery store in New York is now open in Hicksville. Apna Bazaar. Jasprit Singh, attorney at law. For all your immigration matters, asylum cases, deportation, family law, divorce, bankruptcy, entertainment visas, green card, etc., please contact the law offices of Jasprit Singh. With over 15 years of experience, we have handled many critical cases. We have 4 offices conveniently located in New York, Fremont, Sacramento, and Fresno. For free consultation, please contact 718-533-8444, 510-657-6444, 559-271-5511, 916-372-4448. कुनाल ज्वेलर दे गहने, वाह पई वाह क्या कहने। गहनियां नाल भर ले जाओ, घरवाली नू हूर बनाओ। कुनाल ज्वेलर ते आओ, गहनियां नाल सज तज के बागो बाग हो जाओ। असी तुहाडी पसंद दे 22 ਅਤੇ 24 कैरेट दे कड़े, चेन, कॉइन्स, डायमंड कट बैंगल्स आर्डर ते तैयार करदे हां। गहनियां दी रिपेयर भी ਇੱਥੇ ਹੀ ਕਰਦੇ ਹਾਂ। ਤੁਸੀਂ ਆਪਣੀ ਰਾਸ਼ੀ ਦੇ ਬਰਸਟੋਨ ਵੀ ਖਰੀਦ ਸਕਦੇ ਹੋ। ਇਸ ਤੋਂ ਇਲਾਵਾ ਸਾਡੇ ਕੋਲ ਡਾਇਮੰਡ ਜੁਐਲਰੀ ਦੀ ਇੱਕ ਤੋਂ ਵੱਧ ਇੱਕ ਵੈਰਾਈਟੀ ਹੈ। ਹੋਰ ਜਾਣਕਾਰੀ ਲਈ ਬਿੱਟੂ ਨੂੰ ਹੁਣੇ ਕਾਲ ਕਰੋ 718-478-7200। याद रखो कुनाल ज्वेलर 37-08 74 स्ट्रीट जैक्सन हाइट्स न्यूयॉर्क। हाथों की अपनी दास्तां होती है, कभी सृष्टि तो कभी विनाश। ये देखती है, कभी ये सहारा तो कभी विश्वास। सदियों से ये खिलाए पीढ़ियों को निवाला। और हर निवाले में हो शक्ति भोग आटा। जब हाथों से खिलानी है 2 वक्त की रोटी तो वो जरूर हो शक्ति भोग आटे से बनी। अपने देश का नंबर 1 आटा। ਪੰਜਾਬੀਆਂ ਦੀ ਪਪੂਲਰ ਡਿਮਾਂਡ ਨੂੰ ਦੇਖਦਿਆਂ ਸਾਮਰਾ ਪ੍ਰੋਡਿਊਸ ਐਕਸਪ੍ਰੈਸ ਖੁੱਲ ਗਿਆ ਹੁਣ ਆਰਟੀਸੀਆ ਕੈਲੀਫੋਰਨੀਆ ਵਿੱਚ। ਫਰੈਸ਼ ਸੀਜ਼ਨਲ ਵੈਜੀਟੇਬਲਸ, ਫਰੂਟਸ ਤੇ ਇੰਡੀਅਨ ਗਰੋਸਰੀਜ਼ ਦਾ ਖਜ਼ਾਨਾ। Everyday fresh produce directly from the farm. Religious events ਤੇ restaurants ਲਈ special prices. For shipping all over USA and Canada, call 213-486-0086. Samra Produce, number 1 wholesale distributor ਪੂਰੇ ਅਮਰੀਕਾ ਤੇ ਕੈਨੇਡਾ ਵਿੱਚ। This ad is sponsored by Samra Produce. ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਜਿਨ੍ਹਾਂ ਤੇ ਝੰਡੇ ਝੂਲੇ ਨੇ ਉਹ ਖੜੀਆਂ ਅਜੇ ਦੀਵਾਰਾਂ ਨੇ। ਉਸ ਇਤਿਹਾਸ ਨੂੰ ਮੁੜ ਦੁਹਰਾਉਂਦਿਆਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਲਾਲ ਕਿਲੇ ਤੱਕ ਦਾ ਮਾਰਚ ਕੱਢਿਆ ਜਾ ਰਿਹਾ ਹੈ,
ਉਸ ਦੇ ਬਾਰੇ ਤੁਹਾਨੂੰ ਸੰਖੇਪ ਜਾਣਕਾਰੀ ਦਿੱਤੀ ਹੈ। ਬਾਅਦ ਵਿੱਚ ਇਸ ਇਤਿਹਾਸ ਦੀ ਵਿਸਥਾਰ ਸਹਿਤ ਜਾਣਕਾਰੀ ਤੁਹਾਨੂੰ ਦੇਵਾਂਗੇ ਕਿ ਉਸ ਵੇਲੇ ਕੀ ਹੋਇਆ ਸੀ। ਤੁਹਾਡੇ ਵਿਚਾਰ। ਹੈਲੋ ਹੈਲੋ, ਹਾਂਜੀ ਤੁਸੀਂ ਲਾਈਨ ਤੇ ਹੋ। ਹੈਲੋ ਹੈਲੋ, ਹੈਲੋ ਹੈਲੋ, ਹਾਂਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਸਿਸਾ ਜੀ ਨੇ ਬਹੁਤ ਸੋਹਣਾ ਸਾਨੂੰ ਦੱਸਿਆ, ਇਨਫੋਰਮੇਸ਼ਨ ਦਿੱਤੀ ਹੈ, ਬਹੁਤ ਖੁਸ਼ੀ ਹੈ। ਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ੇ ਜੀ। ਤੇ ਪਹਿਲਾਂ ਜੋ 1950 ਵਿੱਚ ਮੈਂ ਉੱਥੇ ਦਰਸ਼ਨ ਕਰਨ ਗਿਆ ਸੀ ਦਿੱਲੀ, ਕੁਦਰਤੀ ਮੇਰਾ ਉੱਥੇ ਫਿਰ ਕਾਫੀ ਸਾਲ ਰਿਹਾ ਮੈਂ ਜੀ ਜੀ। ਤੇ 5 ਗੁਰਦੁਆਰੇ ਸਾਹਿਬ ਦੇਖੇ ਸੀ ਜਿਹੜੇ ਪੁਰਾਤਨ ਸਿੰਘਾਂ ਨੇ ਬਣਾਏ ਹੋਏ ਸੀ, ਪੁਰਾਣੀਆਂ ਇੱਟਾਂ ਦੇ ਪੁਰਾਣੇ ਪੱਥਰਾਂ ਦੀ ਚੜਾਈ ਮੈਂ ਆਪ ਦੇਖੀ ਅੱਖੀਂ ਜੀ ਜੀ। ਹੋਰ ਵੀ ਕਿਸੇ ਦੇਖੀ ਹੋਵੇ ਉਹ ਵੀ ਭਾਗਾਂ ਵਾਲਾ ਗੁਰੂ ਕਾ ਸਿੱਖ ਹੋਏਗਾ, ਜਿਵੇਂ ਸੀਸਗੰਜ ਸਾਹਿਬ ਹੈ, ਰਕਾਬਗੰਜ ਸਾਹਿਬ ਹੈ, ਨਾਨਕ ਪਿਆਓ ਹੈ, ਮਜਨੂ ਟਿੱਲਾ ਅਤੇ ਗੁਰਦੁਆਰਾ ਬੰਗਲਾ ਸਾਹਿਬ, ਇਹ ਅੱਖੀਂ ਦੇਖੇ ਸੀ। ਉਦੋਂ ਬੜਾ ਮਨ ਵਿੱਚ ਸੀਗਾ ਵੀ ਸਿੱਖਾਂ ਨੇ ਬੜੀ ਘਾਲਣਾ ਘਾਲੀ, ਮੈਨੂੰ ਸਮਝ ਆਈ ਸੀ ਵੀ ਇਹ ਇੱਥੇ ਆ ਕੇ ਝੰਡੇ ਗੱਡੇ ਸਿੱਖਾਂ ਨੇ ਜੀ 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 ਜੀ। ਪਰ ਇਹਨੇ ਇਤਿਹਾਸ ਦਾ ਜਿੰਨਾ ਅੱਜ ਹੁਣ ਦੱਸ ਰਹੇ ਹੈ, ਇਹ ਪਹਿਲਾਂ ਸੁਣਿਆ ਸੀ, ਹੁਣ ਉਹਨੂੰ ਸਾਬਤ ਕਰਕੇ ਇਹ ਦੱਸਣਗੇ। ਅਸੀਂ ਧੰਨਵਾਦੀ ਹਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ। ਇਸ ਤਰ੍ਹਾਂ ਹੀ ਗੁਰੂ ਮਹਾਰਾਜ ਚੜ੍ਹਦੀ ਕਲਾ ਇਹਨਾਂ ਨੂੰ ਬਖਸ਼ਿਸ਼ ਕਰੇ ਤੇ ਦਿਨ ਸੋ ਦਿਨ ਇਹ ਸਾਨੂੰ ਵੱਧ ਤੋਂ ਵੱਧ ਜਿਹੜਾ ਇਹ ਚੰਗੀਆਂ ਜਿਹੜੀਆਂ ਉਹ ਖਬਰਾਂ ਸੁਣਾਉਂਦੇ ਰਹਿਣ ਤੇ ਦੱਸਦੇ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਤੁਹਾਡਾ। ਦਰਅਸਲ ਇਸ ਮਾਰਚ ਨੂੰ ਕੱਢਣ ਦਾ ਜਿਹੜਾ ਮਕਸਦ ਹੈ ਉਹ ਵੀ ਇਹੀ ਹੈ, ਇਸ ਮਾਰਚ ਦਾ ਜਿਹੜਾ ਨਿਸ਼ਾਨਾ ਹੈ ਉਹ ਵੀ ਇਹੀ ਹੈ ਕਿ ਉਸ ਇਤਿਹਾਸ ਦੇ ਵਿੱਚ ਕਿਸ ਤਰੀਕੇ ਦੇ ਨਾਲ ਉਹਨਾਂ ਸਿੰਘਾਂ ਦੀ, ਉਹਨਾਂ ਦੀ ਆਤਮਕ ਅਵਸਥਾ ਔਰ ਉਹਨਾਂ ਦੀ ਸੂਝ-ਬੂਝ ਕਿਸ ਬੁਲੰਦੀਆਂ ਤੱਕ ਸੀ। ਜਿਹੜੀ ਉਹਨਾਂ ਨੇ ਟਰੀਟੀ ਕੀਤੀ ਸੀ ਉਹ ਬਹੁਤ ਹੀ ਕਮਾਲ ਦੀ, ਉਹਦੇ ਵਿੱਚ ਨਿੱਜੀ ਆਪਣੇ ਮਕਸਦ ਲਈ ਕੁਛ ਨਹੀਂ ਸੀ ਮੰਗਿਆ। 2 ਚੀਜ਼ਾਂ ਉਹਨਾਂ ਨੇ ਮੰਗੀਆਂ ਸੀ, ਇੱਕ ਤਾਂ ਦਿੱਲੀ ਦੀ ਜਿਹੜੀ ਕੋਤਵਾਲੀ ਹੈ ਯਾਨੀ ਹੋਮ ਡਿਪਾਰਟਮੈਂਟ ਔਰ ਆਕਟਰਾਏ ਫਾਈਨੈਂਸ ਡਿਪਾਰਟਮੈਂਟ, ਇਹ ਸਿੱਖਾਂ ਦੇ ਕੋਲ ਰਹੇਗਾ। ਦਿੱਲੀ ਦੇ ਜਿੰਨੀ ਆਮਦਨ ਹੋਏਗੀ ਉਸ ਦੇ ਵਿੱਚੋਂ 16 ਆਨੇ ਦੇ ਵਿੱਚੋਂ 1 ਰੁਪਏ ਚੋਂ 6 ਆਨੇ ਸਿੱਖਾਂ ਨੂੰ ਮਿਲਣਗੇ ਤਾਂ ਕਿ ਉਹ ਆਪਣੇ ਰੱਖ ਰਖਾਵ ਔਰ ਗੁਰਦੁਆਰਿਆਂ ਦੀ ਤਾਮੀਰ ਕਰਵਾ ਸਕਣ। ਇਸ ਦੇ ਇਲਾਵਾ ਜਿਹੜੇ ਗੁਰਦੁਆਰੇ ਨਿਸ਼ਾਨਦੇਹੀ ਹੋਈ ਹੈ ਉਹਨਾਂ ਗੁਰਦੁਆਰਿਆਂ ਨੂੰ ਸ਼ਾਹੀ ਫਰਮਾਨ ਥੱਲੇ ਸਾਈਨ ਕਰਕੇ ਉਹਨਾਂ ਨੇ ਇਹ ਟਰੀਟੀ ਕੀਤੀ ਕਿ ਉਹਨਾਂ ਨੂੰ ਦੁਬਾਰਾ ਤਾਮੀਰ ਕੀਤਾ ਜਾਏਗਾ। ਇਸ ਤਰ੍ਹਾਂ ਦੀਆਂ 7 ਸ਼ਰਤਾਂ ਸੀ ਔਰ ਨਾਲ ਉਸ ਦੇ 40,000 ਸਿੱਖ ਸੀ, ਜਿਨ੍ਹਾਂ 'ਚੋਂ 30,000 ਨੇ ਜਿਸ ਸਥਾਨ ਦੇ ਉੱਤੇ ਕੈਂਪ ਕੀਤਾ ਸੀ ਉਸ ਨੂੰ 30,000 ਹੀ ਕਿਹਾ ਗਿਆ। ਜਿਸ ਥਾਂ ਦੇ ਉੱਤੇ ਦਿੱਲੀ ਦੇ ਲੋਕਾਂ ਨੇ ਸਿੱਖਾਂ ਦੀ ਆਮਦ ਦੇ ਉੱਤੇ ਮਠਿਆਈ ਵੰਡੀ ਸੀ ਉਸ ਜਗ੍ਹਾ ਦਾ ਨਾਮ ਪੁੱਲ ਮਿਠਾਈ ਹੈ, ਜਿਹੜਾ ਹਾਲੇ ਵੀ ਉਹ ਪੁੱਲ ਮਿਠਾਈ ਜਗ੍ਹਾ ਹੈ। ਜਿਸ ਜਗ੍ਹਾ ਤੇ 30,000 ਸਿੱਖਾਂ ਨੇ ਵਿਸ਼ਰਾਮ ਕੀਤਾ ਉਹ 30,000 ਹੀ ਅਜੇ ਵੀ ਮੌਜੂਦ ਹੈ। ਜਿੱਥੇ ਉਸ ਵਾਲਡ ਸਿਟੀ ਵਿੱਚ ਜਿੱਥੋਂ ਸਿੱਖ ਪ੍ਰਵੇਸ਼ ਕੀਤੇ ਸੀ ਉਸ ਜਗ੍ਹਾ ਦਾ ਨਾਂ ਅੱਜ ਵੀ ਮੋਰੀ ਗੇਟ ਹੈ। ਸੋ ਇਹ ਸਾਰਾ ਇਤਿਹਾਸ ਬੜਾ ਪ੍ਰੇਰਨਾਦਾਇਕ ਹੈ, ਇਸ ਨੂੰ ਜ਼ਰੂਰ ਉਜਾਗਰ ਕਰਨ ਦੀ ਲੋੜ ਹੈ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੌਣ ਬੋਲ ਰਹੇ ਜੀ? ਹਾਂਜੀ, ਮੈਂ ਬਲਵਿੰਦਰ ਪਾਲ ਸਿੰਘ ਟੋਰਾਂਟੋ ਤੋਂ ਬੋਲ ਰਿਹਾ ਜੀ। ਜੀ ਬਲਵਿੰਦਰ ਜੀ, ਹੁਕਮ ਕਰੋ। ਹਾਂਜੀ, ਬੜੀ ਖੁਸ਼ੀ ਹੋਈ ਜੀ ਖਾਲਸਾ ਮਾਰਚ ਜਿਹੜਾ ਨਿਕਲਿਆ ਦਿੱਲੀ ਦੇ ਵਿੱਚ ਜੀ। ਇਸ ਨਾਲ ਸਾਡੇ ਬੱਚਿਆਂ ਨੂੰ ਅੱਗੇ ਹਿਸਟਰੀ ਦਾ ਪਤਾ ਲੱਗੇਗਾ ਜੀ। ਪਰ ਮੈਂ ਕਹਿਣਾ ਚਾਹਾਂਗਾ ਕਿ ਇਹ ਜਿਹੜੀ ਹਿਸਟਰੀ ਹੈਗੀ ਹੈ ਇਹਨਾਂ ਨੂੰ ਚਾਹੀਦਾ ਕਿ ਉੱਥੋਂ ਦੇ ਮੇਨ ਜਿਹੜਾ ਮੀਡੀਆ ਹੈਗਾ ਹਾਂਜੀ ਉਹਦੇ ਵਿੱਚ ਦਿੱਤੀ ਜਾਏ, ਜਿਵੇਂ ਕਿ ਇੰਗਲਿਸ਼ ਦੀਆਂ ਦੂਜੀਆਂ ਅਖਬਾਰਾਂ ਆਉਂਦੀਆਂ, ਹਿੰਦੀ ਦੀਆਂ ਅਖਬਾਰਾਂ ਆਉਂਦੀਆਂ ਹਾਂਜੀ, ਤੇ ਕੋਸ਼ਿਸ਼ ਕੀਤਾ ਜਾਏ ਕਿ ਵਰਲਡ ਮੀਡੀਆ ਤੇ ਵੀ ਇਹ ਚੀਜ਼ ਲਿਆਂਦੀ ਜਾਵੇ ਜੀ। ਜਿਵੇਂ ਕਿ ਸਾਡੇ ਕੈਨੇਡਾ ਦੇ ਵਿੱਚ ਹੈਗੀਆਂ ਅਖਬਾਰਾਂ ਹੈਗੀਆਂ, ਕੁਝ ਆਰਟੀਕਲ ਇੱਥੇ ਦਿੱਤੇ ਜਾਣ ਜੀ ਤੇ ਉਹਨਾਂ ਸਾਰਿਆਂ ਨੂੰ ਅਸੀਂ ਦੱਸ ਸਕੀਏ ਕਿ ਸਿੱਖ ਹਿਸਟਰੀ ਕੀ ਹੈਗੀ ਹੈ। ਹਾਂਜੀ ਹਾਂਜੀ। ਦੂਜੇ ਪਾਸੇ ਮੈਂ ਦਿੱਲੀ ਦੇ ਕੋਈ ਇੱਕ ਵਾਰੀ ਨਗਰ ਕੀਰਤਨ ਵੀ ਦੇਖੇ ਨੇ, ਮਾਰਚ ਵੀ ਦੇਖੇ ਨੇ ਜੀ। ਜਦੋਂ ਕੋਈ ਮਾਰਚ ਨਿਕਲਦਾ ਹੈ ਅਸੀਂ ਸੜਕਾਂ ਦੇ ਆਲੇ ਦੁਆਲੇ ਇੰਨਾ ਗੰਦ ਖਿਲਾਰ ਦਿੰਦੇ ਹਾਂ, ਖਾਣ ਪੀਣ ਦਾ ਸਮਾਨ ਤੇ ਹੋਰ ਇਹਨਾਂ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ ਹੈ। ਇਸ ਮਾਮਲੇ ਦੇ ਵਿੱਚ ਅਸੀਂ ਬਹੁਤ ਪਿੱਛੇ ਹਾਂ। ਠੀਕ ਹੈ ਠੀਕ ਹੈ। ਅਗਰ ਕੋਈ ਮਾਰਚ ਕਰਦੇ ਨੇ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿ ਸਿੱਖ ਬੜੇ ਡਿਸਿਪਲਿਨ ਕੌਮ ਹੈ ਜੀ ਤੇ
ਕੁਝ ਸੇਵਾਦਾਰ ਇਸ ਲਈ ਲਗਾ ਦੇਣੇ ਚਾਹੀਦੇ ਆ ਕਿ ਪਿੱਛੇ ਨੋ ਡਾਊਟ ਕਿ ਜੋ ਨਗਰ ਕੀਰਤਨ ਵੀ ਨਿਕਲਦਾ ਹੈ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਤਾਂ ਝਾੜੂ ਦੇ ਰਹੇ ਹੁੰਦੇ ਨੇ, ਪਰ ਜਦੋਂ ਨਿਕਲ ਜਾਂਦਾ ਨਗਰ ਕੀਰਤਨ ਬਾਅਦ ਦੇ ਵਿੱਚ ਇੰਨਾ ਗੰਦ ਪਿਆ ਹੁੰਦਾ ਹੈ, ਠੀਕ ਹੈ, ਸੜਕਾਂ ਦੇਖੀਆਂ ਨਹੀਂ ਜਾਂਦੀਆਂ। ਉਹਨਾਂ ਨੂੰ ਸਾਡੇ ਬਾਹਰਲੇ ਨਗਰ ਕੀਰਤਨਾਂ ਤੋਂ ਕੁਝ ਸਿੱਖਣਾ ਚਾਹੀਦਾ ਹੈ, ਜਿਸ ਤਰ੍ਹਾਂ ਦਾ ਵੀ ਮਾਰਚ ਕੱਢਣ ਤੇ ਇੱਕ ਐਗਜ਼ਾਮਪਲ ਹੋਵੇ ਕਿ ਸਿੱਖ ਇੱਕ ਡਿਸਪਲਿਨ ਕੌਮ ਹੈ। ਬਿਲਕੁਲ ਠੀਕ ਹੈ, ਤੁਹਾਡੀ ਰਾਏ ਜਿਹੜੀ ਹੈ, ਬਹੁਤ ਬਹੁਤ ਧੰਨਵਾਦ ਤੁਹਾਡਾ। ਸਮਾਂ ਹੁਣ ਇਜਾਜ਼ਤ ਨਹੀਂ ਦਿੰਦਾ ਤੇ ਇਹ ਜੋ ਪ੍ਰੋਗਰਾਮ ਕੱਢਿਆ ਜਾ ਰਿਹਾ ਹੈ ਇਹ ਆਮ ਨਗਰ ਕੀਰਤਨ ਨਾਲੋਂ ਵੱਖਰਾ। ਇਹਦਾ ਮਕਸਦ ਸਿਰਫ ਇਤਿਹਾਸ ਨੂੰ ਦੁਹਰਾਉਣਾ, ਇਤਿਹਾਸ ਦੀ ਜਾਣਕਾਰੀ ਦੇਣਾ, ਔਰ ਜਿਵੇਂ ਤੁਸੀਂ ਸੁਝਾਅ ਦਿੱਤਾ ਹੈ ਵੱਧ ਤੋਂ ਵੱਧ ਮੀਡੀਆ 'ਚ ਇਸ ਦਾ ਪ੍ਰਚਾਰ ਪ੍ਰਸਾਰ ਹੋਣਾ ਚਾਹੀਦਾ ਹੈ। ਉਮੀਦ ਹੈ ਪ੍ਰਬੰਧਕ ਇਸ ਵੱਲ ਜ਼ਰੂਰ ਧਿਆਨ ਦੇਣਗੇ। ਇਸ ਇਤਿਹਾਸ ਦੀ ਘਟਨਾ ਦੇ ਉੱਤੇ ਅਸੀਂ ਇੱਕ ਹੋਰ ਪ੍ਰੋਗਰਾਮ ਲੈ ਕੇ ਆਵਾਂਗੇ। ਹੁਣ ਇਜਾਜ਼ਤ ਦਿਓ, ਤੁਸੀਂ ਜ਼ਰੂਰ ਈਮੇਲ ਕਰੋ ਤੁਹਾਨੂੰ ਇਹ ਪ੍ਰੋਗਰਾਮ ਕਿੱਦਾਂ ਦਾ ਲੱਗਾ, lamba@getpunjabi.tv। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। अपनी बोली अपनी पहचान पंजाबी हर महफिल दी जान पंजाबियां दी है वखरी शान अपनी बोली अपनी पहचान अपनी बोली अपनी पहचान पंजाबी हर महफिल दी